ਤੁਹਾਨੂੰ ਔਖਾ ਨਹੀਂ ਲੱਗਦਾ ਕਿ ਉਹ ਉੱਥੇ ਬੈਠੇ ਹੋਏ ਨੇ, ਤੁਸੀਂ ਇੱਥੇ ਹੋ? ਨਹੀਂ, ਦਿਲੋਂ ਇੰਨਾ ਸਾਥ ਦਿੰਦੀ ਹਾਂ, ਬਸ ਕਹਿ ਵੀ ਨਹੀਂ ਸਕਦੀ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਰੇਡ ਐਫਐਮ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ। ਮੈਂ ਅਨੂਜਾ ਸ਼ਰਮਾ ਤੇ ਇਸ ਵਕਤ ਦੇਸ਼ ਪ੍ਰਦੇਸ਼ ਟੀਵੀ ਦੀ ਟੀਮ ਹੈ ਜਿਹੜੀ ਪਹੁੰਚੀ ਹੋਈ ਹੈ ਸਮਰਾਲਾ। ਅਸੀਂ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ, ਤੇ ਜੇਕਰ ਗੱਲਬਾਤ ਕੀਤੀ ਜਾਵੇ ਕਿਸਾਨੀ ਅੰਦੋਲਨ ਦੀ, ਉੱਥੇ ਹੀ ਗੱਲ ਨਾ ਕੀਤੀ ਜਾਵੇ ਕਿਸਾਨਾਂ ਦੇ ਲੀਡਰਸ ਦੀ, ਐਸਾ ਹੋ ਨਹੀਂ ਸਕਦਾ। ਅਸੀਂ ਤੁਹਾਡੀ ਗੱਲਬਾਤ ਕਰਵਾਉਂਦੇ ਆ ਰਹੇ ਹਾਂ ਸਾਰੇ ਲੀਡਰਸ ਦੇ ਨਾਲ ਜਿਹੜੇ ਉੱਥੇ ਬੈਠੇ ਨੇ, ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਗਾਜ਼ੀਪੁਰ ਬਾਰਡਰ ਤੇ, ਉਹਨਾਂ ਦਾ ਹਰ ਵਰਜ਼ਨ ਅਸੀਂ ਤੁਹਾਨੂੰ ਸੁਣਾ ਦਿੱਤਾ। ਤੇ ਜੇਕਰ ਪਿੱਛੇ ਫੈਮਿਲੀ ਸਪੋਰਟ ਨਾ ਹੋਵੇ ਤਾਂ ਕੀ ਔਖ ਕਿੰਨੀ ਹੋਏਗੀ, ਇਹ ਸਭ ਨੂੰ ਪਤਾ ਆ। ਅਸੀਂ ਤੁਹਾਡੀ ਗੱਲਬਾਤ ਪਹਿਲਾਂ ਕਰਵਾਈ ਸੀਗੀ ਮਾਨਸਾ ਜੀ ਦੇ ਪਰਿਵਾਰ ਦੇ ਨਾਲ। ਅੱਜ ਅਸੀਂ ਇੱਥੇ ਪਹੁੰਚੇ ਹਾਂ ਬਲਬੀਰ ਸਿੰਘ ਰਾਜੇਵਾਲ ਜੀ ਦੇ ਘਰ। ਇਹ ਹੈਗਾ ਆ ਉਹਨਾਂ ਦਾ ਘਰ ਜਿੱਥੇ ਇਸ ਵਕਤ ਅਸੀਂ ਪਹੁੰਚੇ ਹਾਂ। ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਉਹਨਾਂ ਦੇ ਪਰਿਵਾਰ ਦੇ ਨਾਲ, ਉਹਨਾਂ ਦੇ ਘਰਦਿਆਂ ਨਾਲ, ਉਹਨਾਂ ਦੇ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈਗਾ ਆ, ਘਰਦਿਆਂ ਨਾਲ ਉਹਨਾਂ ਕਿੱਦਾਂ ਰਹਿੰਦੇ ਨੇ, ਤੇ ਉਹ ਕਿਸ ਤਰੀਕੇ ਨਾਲ ਆਪਣਾ ਸਾਰਾ ਕੰਮ ਇੱਥੋਂ ਵੀ ਦੇਖਦੇ ਨੇ, ਤੇ ਕਿਹੜੇ ਕਿਹੜੇ ਪਰਿਵਾਰ ਦਾ ਬੰਦਾ ਉਹਨਾਂ ਨਾਲ ਕਿਸ ਤਰੀਕੇ ਨਾਲ ਕੰਮ ਕਰਦਾ ਆ। ਇਹ ਸਾਰਾ ਕੁਝ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਥੇ ਸਾਡੇ ਨਾਲ ਮੌਜੂਦ ਹੋਣਗੇ ਉਹਨਾਂ ਦੀ ਧਰਮ ਪਤਨੀ, ਉਹਨਾਂ ਦਾ ਬੇਟਾ, ਉਹਨਾਂ ਦੀ ਬਹੂ, ਤੇ ਉਸ ਤੋਂ ਬਾਅਦ ਉਹਨਾਂ ਦਾ ਪੋਤਾ, ਜਿਸ ਦੇ ਨਾਲ ਉਹਨਾਂ ਦਾ ਲਿੰਕ ਬਹੁਤ ਜ਼ਿਆਦਾ ਅੱਛਾ ਆ। ਜਿਹੜੇ ਇੱਕ ਦੂਸਰੇ ਦੇ ਅਗਰ ਕਿਹਾ ਜਾਵੇ ਤਾਂ ਦੋਸਤਾਂ ਵਾਂਗੂ ਉਹਨਾਂ ਦਾ ਆਪਣਾ ਸੁਭਾਅ ਹੈਗਾ ਹੈ ਇੱਕ ਦੂਸਰੇ ਦੇ ਨਾਲ। ਅਸੀਂ ਤੁਹਾਡੀ ਗੱਲਬਾਤ ਸਾਰਿਆਂ ਨਾਲ ਕਰਵਾਵਾਂਗੇ। ਇੱਥੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੂਬਸੂਰਤੀ ਨਾਲ ਘਰ ਨੂੰ ਗਾਰਡਨ ਏਰੀਆ ਬਣਾਇਆ ਗਿਆ ਆ, ਕੁਦਰਤ ਨਾਲ ਜੋੜ ਕੇ ਰੱਖਿਆ ਗਿਆ ਆ ਘਰ ਨੂੰ। ਜੇਕਰ ਗੱਲਬਾਤ ਕੀਤੀ ਜਾਵੇ ਬਲਬੀਰ ਸਿੰਘ ਰਾਜੇਵਾਲ ਜੀ ਦੀ, ਤੇ ਦੋ ਲਾਈਨਾਂ ਬਹੁਤ ਢੁਕਦੀਆਂ ਨੇ, ਸਿੰਪਲ ਲਿਵਿੰਗ, ਹਾਈ ਥਿੰਕਿੰਗ, ਤੇ ਮਤਲਬ ਉੱਚੀ ਸੋਚ ਤੇ ਆਮ ਰਹਿਣ ਸਹਿਣ। ਤੇ ਇਸ ਵਕਤ ਮੇਰੇ ਨਾਲ ਮੌਜੂਦ ਨੇ ਉਹਨਾਂ ਦੀ ਧਰਮ ਪਤਨੀ। ਪਹਿਲਾਂ ਕਰਦੇ ਉਹਨਾਂ ਦਾ ਸਵਾਗਤ। ਬਹੁਤ ਬਹੁਤ ਸਵਾਗਤ ਬੇਬੇ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬੇਟਾ। ਬੇਬੇ, ਤੁਸੀਂ ਇੱਥੇ ਗਾਰਡਨ ਦੇ ਵਿੱਚ ਖੜੇ ਹੋ, ਤੁਸੀਂ ਇਹਨੂੰ ਮੇਨਟੇਨ ਕਰਦੇ ਹੋ ਸਾਰੇ ਗਾਰਡਨ ਨੂੰ। ਤੁਹਾਡਾ ਇਹਦੇ ਨਾਲ ਇੰਨਾ ਜ਼ਿਆਦਾ ਪਿਆਰ ਹੈ, ਇਸਨੂੰ ਕਿਸ ਤਰੀਕੇ ਨਾਲ ਇਹਦੀ ਦੇਖਭਾਲ ਕਰਦੇ ਹੋ? ਜਿਵੇਂ ਆਪਾਂ ਆਪਣੇ ਸਰੀਰ ਦੀ ਦੇਖਭਾਲ ਕਰਦੇ ਹਾਂ, ਉਕਣੀ ਇਹਨਾਂ ਵਿੱਚ ਵੀ ਜਾਨ ਹੈ, ਇਹਨਾਂ ਦੀ ਵੀ ਦੇਖਭਾਲ ਉਕਣੀ ਕਰਨੀ ਪੈਂਦੀ ਹੈ ਜੀ। ਤੁਸੀਂ ਇੱਥੇ ਅਸੀਂ ਦੇਖ ਰਹੇ ਹਾਂ ਤੁਸੀਂ ਇਹਦੇ ਵਿੱਚ ਲੱਗੇ ਹੋਏ ਹੋ। ਮੈਂ ਇਹ ਵੀ ਸੁਣਿਆ ਕਿ ਤੁਸੀਂ ਪੂਰਾ ਦਿਨ ਇਹਦੀ ਦੇਖਭਾਲ ਤੁਸੀਂ ਕਰਦੇ ਹੋ। ਇਹਦੇ ਨਾਲ ਰਾਜੇਵਾਲ ਸਾਹਿਬ ਕਿਸ ਤਰੀਕੇ ਨਾਲ ਜੁੜੇ ਹੋ, ਕਿ ਉਹ ਵੀ ਇੱਥੇ ਕੰਮ ਕਰਦੇ ਨੇ ਗਾਰਡਨ ਦੇ ਵਿੱਚ? ਹਾਂ, ਉਹਨਾਂ ਦਾ ਵੀ ਹੈਗਾ। ਜਦੋਂ ਟਾਈਮ ਮਿਲਦਾ ਪਾਣੀ ਦਿੰਦੇ ਨੇ ਪਾਈਪ ਨਾਲ, ਸਵੇਰੇ ਸ਼ਾਮ ਦੇ ਦਿੰਦੇ ਨੇ, ਜਦੋਂ ਉਹਨਾਂ ਦਾ ਮਨ ਕਰਦਾ ਹੈ ਉਦੋਂ। ਬੇਬੇ, ਦੇਖਿਆ ਜਾਵੇ ਤੇ ਰਾਜੇਵਾਲ ਜੀ ਦਾ ਸੁਭਾਅ ਤੁਹਾਡੇ ਨਾਲ ਕਿਹੋ ਜਿਹਾ ਹੈਗਾ ਆ? ਬਹੁਤ ਅੱਛਾ। ਤੇ ਜਿਸ ਵਕਤ ਰਾਜੇਵਾਲ ਜੀ ਪਹਿਲਾਂ ਕੰਮ ਕਰਦੇ ਸੀਗੇ, ਸਰਵਿਸ ਕਰ ਰਹੇ ਹੁੰਦੇ ਸੀਗੇ, ਉਸ ਵਕਤ ਤੁਸੀਂ ਬਹੁਤ ਜ਼ਿਆਦਾ ਟਰੈਵਲ ਵੀ ਕੀਤਾ ਉਹਨਾਂ ਨਾਲ, ਕਦੀ ਪੋਸਟਿੰਗ ਕਿੱਥੇ ਹੁੰਦੀ ਹੈ, ਕਦੀ ਕਿਤੇ ਹੁੰਦੀ ਹੈ। ਉਸ ਵਕਤ ਕੋਈ ਔਖ ਆਈ ਤੁਹਾਨੂੰ? ਬਿਲਕੁਲ ਨਹੀਂ। ਕਿਸ ਤਰੀਕੇ ਨਾਲ ਆਪਣਾ ਜੀਵਨ ਉੱਥੇ ਬਿਤਾਉਂਦੇ ਸੀਗੇ? ਬਹੁਤ ਵਧੀਆ ਢੰਗ ਨਾਲ। ਕੋਈ ਆਪਣਾ ਕੋਈ ਐਕਸਪੀਰੀਅੰਸ ਸੁਣਾਉਣਾ ਚਾਹੋ ਕਿ ਕਿਸ ਤਰੀਕੇ ਨਾਲ ਜਿਵੇਂ ਤੁਸੀਂ ਕੰਮ ਕਰਦੇ ਸੀ? ਕਿਉਂਕਿ ਉਹਨਾਂ ਕੋਲ ਬਹੁਤ ਲੋਕ ਆਉਂਦੇ ਰਹਿੰਦੇ ਨੇ, ਬਹੁਤ ਲੋਕ ਉਹਨਾਂ ਨੂੰ ਸੁਣਨਾ ਚਾਹੁੰਦੇ ਨੇ, ਬਹੁਤ ਲੋਕ ਉਹਨਾਂ ਨਾਲ ਗੱਲਬਾਤ ਕਰਦੇ ਨੇ। ਤੁਸੀਂ ਕਿਸ ਤਰੀਕੇ ਨਾਲ ਕੋਈ ਆਪਣਾ ਐਕਸਪੀਰੀਅੰਸ ਸੁਣਾ ਸਕੋ ਤੇ ਕੋਈ ਥੋੜਾ? ਮੇਰੀ ਤਾਂ ਬਸ ਇਹੀ ਸੇਵਾ ਸੀ, ਜਿਹੜੇ ਉਹਨਾਂ ਕੋਲ ਆਉਂਦੇ ਸੀ ਚਾਹ ਪਾਣੀ ਪਿਲਾਤਾ, ਜੇ ਕਿਸੇ ਨੇ ਰੋਟੀ ਪਾਣੀ ਖਾਣੀ ਆ ਉਹਨੂੰ ਬਣਾ ਕੇ ਫੁਲਕਾ ਛਕਾਤਾ, ਬਸ। ਤੇ ਕਦੀ ਕੋਈ ਅਣਬਣ ਹੋਈ ਆਪਸ ਦੇ ਵਿੱਚ ਰਾਜੇਵਾਲ ਸਾਹਿਬ ਨਾਲ ਤੁਹਾਡੀ? ਨਹੀਂ। ਕਿਉਂ? ਕਿਉਂਕਿ ਦੇਖਿਆ ਜਾਵੇ ਤਾਂ ਰਿਸ਼ਤਾ ਐਸਾ ਹੀ ਹੁੰਦਾ ਆ ਕਿ ਕਦੀ ਕਿਸੇ ਦੀ ਥੋੜੀ ਬਹੁਤ ਅਣਬਣ ਹੋ ਜਾਂਦੀ ਆ, ਕਦੀ ਕਿਸੇ ਨਾਲ ਥੋੜੀ ਜਿਹੀ ਹੋ ਜਾਂਦੀ ਆ। ਤੁਹਾਡੀ ਕਦੀ ਕੋਈ ਖੱਟੀ ਮਿੱਠੀ ਕੋਈ ਯਾਦ ਹੋਵੇ ਐਸੀ? ਨਹੀਂ, ਬਿਲਕੁਲ ਨਹੀਂ। ਤੇ ਕਦੀ ਰਾਜੇਵਾਲ ਜੀ ਨਾਲ ਤੁਸੀਂ ਕਿਤੇ ਘੁੰਮਣ ਗਏ ਹੋਵੋ? ਸ਼੍ਰੀਨਗਰ ਗਈ ਸੀਗੀ ਇੱਕ ਵਾਰੀ, ਵਿਆਹ ਤੋਂ ਬਾਅਦ 4-5 ਸਾਲ ਬਾਅਦ। ਅੱਛਾ, ਕਿੱਦਾਂ ਦਾ ਰਿਹਾ ਉੱਥੇ ਫਿਰ? ਠੀਕ। ਮਤਲਬ ਘੁੰਮਣ ਦਾ ਚਾਅ ਹੈਗਾ ਆ ਹਜੇ ਹੋਰ ਕਦੀ ਕਿਤੇ? ਨਾ, ਮੈਂ ਉਹ ਵੀ ਮੈਨੂੰ ਜ਼ਬਰਦਸਤੀ ਲੈ ਕੇ ਗਏ, ਮੈਂ ਤਾਂ ਜਾਣਾ ਚਾਹੁੰਦੀ ਨਹੀਂ ਸੀ। ਮੈਂ ਬਾਹਰ ਜਾਣਾ ਪਸੰਦ ਨਹੀਂ ਕਰਦੀ ਬਹੁਤਾ। ਅੱਛਾ। ਤੇ ਹੁਣ ਵੀ ਜਿਸ ਵਕਤ ਰਾਜੇਵਾਲ ਜੀ 3 ਮਹੀਨੇ ਹੋ ਗਏ ਉੱਥੇ ਬੈਠੇ ਹੋਏ ਨੇ, ਕਦੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਵਾਪਸ ਆ ਜਾਓ? ਨਹੀਂ। ਕਿੰਨਾ ਕੁ ਸਾਥ ਦੇ ਰਹੇ ਹੋ ਤੁਸੀਂ ਉਹਨਾਂ ਦਾ? ਤੁਹਾਨੂੰ ਔਖਾ ਨਹੀਂ ਲੱਗਦਾ ਕਿ ਉਹ ਉੱਥੇ ਬੈਠੇ ਹੋਏ ਨੇ, ਤੁਸੀਂ ਇੱਥੇ ਹੋ? ਨਹੀਂ, ਦਿਲੋਂ ਇੰਨਾ ਸਾਥ ਦਿੰਦੀ ਹਾਂ, ਬਸ ਕਹਿ ਵੀ ਨਹੀਂ ਸਕਦੀ ਜੀ। ਤੇ ਇੱਕ ਆਪਾਂ ਹੁਣੇ ਕਿੱਸਾ ਸੁਣਿਆ ਕਿ ਤੁਸੀਂ ਤੇ ਉਹ ਰਾਜੇਵਾਲ ਜੀ ਇਕੱਠੇ ਬਹਿ ਕੇ ਟੀਵੀ ਦਾ ਸੀਰੀਅਲ ਦੇਖ ਰਹੇ ਸੀ। ਉਹ ਤਾਂ ਸਾਰੀ ਦੁਨੀਆ ਹੀ ਦੇਖ ਰਹੀ ਸੀ। ਅੱਛਾ, ਕਿਹੜਾ ਸੀਗਾ ਉਹ ਸੀਰੀਅਲ? ਮਹਾਭਾਰਤ।
ਮਹਾਭਾਰਤ। ਤੇ ਕਿਹੋ ਜਿਹਾ ਲੱਗਾ, ਕਿਉਂਕਿ ਤੁਸੀਂ ਕਿੰਨਾ ਕੁ ਟੀਵੀ ਦੇਖਣਾ ਪਸੰਦ ਕਰਦੇ ਹੋ? ਰਾਜੇਵਾਲ ਜੀ ਕਿੰਨਾ ਕੁ ਟੀਵੀ ਦੇਖਣਾ ਪਸੰਦ ਕਰਦੇ ਨੇ? ਉਹ ਸਿਰਫ ਆਪਣੀਆਂ ਨਿਊਜ਼ ਖਬਰਾਂ ਸੁਣਦੇ ਨੇ ਜ਼ਿਆਦਾ, ਤੇ ਮੈਂ ਤਾਂ ਕੀਰਤਨ ਵਗੈਰਾ ਬਸ ਦਰਬਾਰ ਸਾਹਿਬ ਲਾ ਲੈਂਦੀ ਹਾਂ ਸਵੇਰ ਟਾਈਮ 8:30 ਵਜੇ ਤੱਕ, ਜਿੰਨਾ ਚਿਰ ਕਥਾ ਨਹੀਂ ਨਾ ਹੁੰਦੀ ਤੇ ਉਦੋਂ ਬੰਦ ਕਰ ਦਿੰਦੀ ਹਾਂ, ਫਿਰ ਦਿਨ ਵਿੱਚ ਨਹੀਂ ਲਾਉਂਦੀ। ਤੇ ਤੁਸੀਂ ਗੱਲ ਕੀਤੀ ਕਿ ਤੁਸੀਂ ਕੀਰਤਨ ਦਰਬਾਰ ਸਾਹਿਬ ਸੁਣਦੇ ਹੋ, ਉੱਥੇ ਆਪਾਂ ਇਹ ਵੀ ਸੁਣਦੇ ਆ ਰਹੇ ਹਾਂ ਕਿ ਜਿਹੜੇ ਰਾਜੇਵਾਲ ਜੀ ਨੇ ਉਹ ਪਾਠ ਕਰਦੇ ਹੁੰਦੇ ਆ ਆਪਣੇ, ਜਿੱਥੇ ਉਹਨਾਂ ਨੇ ਟੈਂਟ ਲਗਾਇਆ ਹੋਇਆ ਆ। ਕਿੰਨਾ ਕੁ ਜੁੜੇ ਹੋਏ ਹੋ ਤੁਸੀਂ ਦੋਨੋਂ ਧਰਮ ਦੇ ਨਾਲ, ਰਿਲੀਜਨ ਦੇ ਨਾਲ? ਕਿੰਨਾ ਕੁ ਮੰਨਦੇ ਹੋ ਇਸ ਚੀਜ਼ ਨੂੰ? ਬਹੁਤ ਜ਼ਿਆਦਾ। ਰੱਬ ਦੇ ਕਿੰਨਾ ਕੁ ਵਿਸ਼ਵਾਸ ਹੈ? ਕਿਉਂਕਿ ਹਮੇਸ਼ਾ ਰਾਜੇਵਾਲ ਜੀ ਆਪਣੀ ਸਪੀਚ ਦੇ ਵਿੱਚ ਜ਼ਰੂਰ ਕਹਿੰਦੇ ਨੇ ਕਿ ਰੱਬ ਜੋ ਕਰੂਗਾ ਚੰਗਾ ਕਰੇਗਾ। ਹਾਂਜੀ, ਸੁਣਦਾ ਉਹ ਸਾਰਿਆਂ ਦੀ ਪੁਕਾਰ, ਪਰਮਾਤਮਾ। ਤੇ ਇਸ ਤੋਂ ਇਲਾਵਾ ਇਹ ਸੀਗੇ ਰਾਜੇਵਾਲ ਜੀ ਦੀ ਧਰਮ ਪਤਨੀ ਸੀਗੇ, ਇਸ ਵਕਤ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਪੋਤੇ ਤੇ ਉਹਨਾਂ ਦੀ ਬਹੂ ਵੀ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ, ਜਾਂ ਕਿਸ ਤਰੀਕੇ ਨਾਲ ਉਹ ਦੇਖਦੇ ਨੇ ਜੋ ਰੋਲ ਇਸ ਵਕਤ ਰਾਜੇਵਾਲ ਜੀ ਸਿੰਘੂ ਬਾਰਡਰ ਤੇ ਬਹਿ ਕੇ ਨਿਭਾ ਰਹੇ ਨੇ, ਤੇ ਕਿਸ ਤਰੀਕੇ ਨਾਲ ਉਹ ਉੱਥੇ ਸਾਰਾ ਕੁਝ ਦੇਖ ਰਹੇ ਨੇ। ਇਸ ਵਕਤ ਮੇਰੇ ਨਾਲ ਉਹਨਾਂ ਦੇ ਪੋਤੇ ਮੌਜੂਦ ਨੇ। ਪਹਿਲੇ ਤਾਂ ਇਹ ਦੱਸੋ ਕਿ ਰਾਜੇਵਾਲ ਜੀ ਨਾਲ ਤੁਹਾਡਾ ਰਿਲੇਸ਼ਨ ਕਿਹੋ ਜਿਹਾ ਹੈਗਾ ਆ? ਨਹੀਂ, ਸਾਡਾ ਰਿਲੇਸ਼ਨ ਬਹੁਤ ਹੀ ਫਰੈਂਡਲੀ ਆ, ਤੇ ਮੈਨੂੰ ਬਹੁਤ ਪਿਆਰ ਕਰਦੇ ਨੇ, ਇੱਕੋ ਕੱਲਾ ਕੱਲਾ ਹੋਣ ਕਰਕੇ। ਓਬਵੀਅਸਲੀ ਹੁੰਦਾ ਹੀ ਆ, ਹਰ ਇੱਕ ਦਾਦੇ ਪੋਤੇ ਦਾ ਪਿਆਰ ਤਾਂ ਸ਼ੁਰੂ ਤੋਂ ਬਣਿਆ ਹੀ ਹੁੰਦਾ ਜੀ। ਮੈਨੂੰ ਜਾਣੀ ਉਹਨਾਂ ਨੇ ਸਭ ਤੋਂ ਲਾਡਲਾ ਵੀ ਰੱਖਿਆ ਤੇ ਘੂਰ ਕੇ ਵੀ ਰੱਖਿਆ। ਮੈਨੂੰ ਪੜ੍ਹਾਇਆ ਲਿਖਾਇਆ ਉਹਨਾਂ ਨੇ ਬਹੁਤ, ਵੀ ਜਾਣੀ ਰੂਹ ਦਿਲੋਂ ਪੜ੍ਹਾਇਆ ਵੀ ਹੈ, ਕੁਛ ਪੜ੍ਹ ਕੇ ਕਰ ਜੇ। ਤੇ ਮੇਰਾ ਬਹੁਤ ਫਰੈਂਡਲੀ ਨੇਚਰ ਆ, ਤੇ ਮੇਰਾ ਕਰਦੇ ਵੀ ਬਹੁਤ ਨੇ, ਮੈਨੂੰ ਵੀ ਉਹਨਾਂ ਨਾਲ ਬਹੁਤ ਲਗਾਵ ਆ ਜੀ। ਤੇ ਤੁਸੀਂ ਵੀਰੇ, ਤੁਸੀਂ ਪੜ੍ਹ ਕੇ ਆਏ ਹੋ, ਆਸਟ੍ਰੇਲੀਆ ਤੋਂ ਆਪਣੀ ਸਟੱਡੀ ਕੀਤੀ ਆ। ਆਪਾਂ ਇਹ ਵੀ ਦੇਖਦੇ ਹਾਂ, ਆਪਾਂ ਸੁਣਦੇ ਆ ਰਹੇ ਹਾਂ ਕਿ ਰਾਜੇਵਾਲ ਜੀ ਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ, ਉਹ ਆਪ ਵੀ ਬਹੁਤ ਜ਼ਿਆਦਾ ਪੜ੍ਹੇ ਨੇ ਔਰ ਅੱਜ ਵੀ ਉਹ ਕਿਤਾਬਾਂ ਦੇ ਵਿੱਚ ਬਹੁਤ ਗੁੱਝੇ ਰਹਿੰਦੇ ਨੇ। ਤੁਹਾਨੂੰ ਕਿੰਨੀ ਕੁ ਐਜੂਕੇਸ਼ਨ ਦੀ ਜਿਹੜੀ ਐਡਵਾਈਸ ਹੈਗੀ ਹੈ ਰਾਜੇਵਾਲ ਜੀ ਨੇ ਦਿੱਤੀ ਆ? ਸ਼ੁਰੂ ਤੋਂ ਉਹਨਾਂ ਨੇ ਦਿੱਤੀ ਹੈ ਜੀ ਐਡਵਾਈਸ ਐਜੂਕੇਸ਼ਨ ਦੀ। ਪਹਿਲਾਂ ਫਿਰ ਮੈਂ ਜਦੋਂ ਆਪਣੀ ਹਾਇਰ ਐਜੂਕੇਸ਼ਨ ਕੰਪਲੀਟ ਕੀਤੀ, ਮਤਲਬ ਸਕੂਲਿੰਗ ਕੰਪਲੀਟ ਕੀਤੀ, ਫਿਰ ਉਹਨਾਂ ਨੇ ਮੈਨੂੰ SD ਕਾਲਜ ਤੋਂ ਪੜ੍ਹਾਇਆ। ਫਿਰ ਉਹਨਾਂ ਨੇ ਮੈਨੂੰ ਪੁਸ਼ ਕੀਤਾ ਵੀ ਤੂੰ ਕਿਤੇ ਇੱਧਰ ਉੱਧਰ ਸਿਵਲ ਸਰਵਿਸਿਜ਼ ਵੱਲ ਜਾ, ਪਰ ਉਹਨਾਂ ਨੇ ਲਿਬਰਟੀ ਵੀ ਦਿੱਤੀ ਵੀ ਤੂੰ ਕਰਨਾ ਕੀ ਚਾਹੁੰਦਾ, ਵੀ ਕੁਛ ਵੀ ਕਰ, ਪਰ ਤੂੰ ਪੜ੍ਹ, ਜੋ ਵੀ ਕਰਨਾ ਵੀ ਉਹਨੂੰ ਚੰਗੀ ਤਰ੍ਹਾਂ ਕਰ, ਵੀ ਚੰਗੀ ਤਰ੍ਹਾਂ ਕਰ। ਮੈਂ ਉਹਨਾਂ ਕਰਕੇ ਫਿਰ ਯੂਨੀਵਰਸਿਟੀ 'ਚੋਂ ਵੀ 3rd ਸਟੋਟ ਕੀਤਾ, ਤੇ ਉਹਨਾਂ ਦੀ ਦੇਣ ਹੈ ਜੀ ਜੋ ਪੜ੍ਹ ਪੁੜ ਗਿਆ ਜੀ। ਕਿਉਂਕਿ ਉਹੀ ਕਹਿੰਦੇ ਨੇ ਵੀ ਤੁਹਾਡੇ ਬੱਚੇ ਹੀ ਤੁਹਾਡੀ ਪ੍ਰੋਪਰਟੀ ਤੇ ਤੁਹਾਡੀ ਐਸੈਟ ਨੇ, ਵੀ ਇਹਨਾਂ ਨੂੰ ਚੰਗੀ ਤਰ੍ਹਾਂ ਸੰਭਾਲੋ, ਪੜ੍ਹਾਓ, ਇਹੀ ਤੁਹਾਡਾ ਫਿਊਚਰ ਨੇ ਜੀ। ਤੇ ਹੁਣ ਤੁਸੀਂ ਆਸਟ੍ਰੇਲੀਆ ਤੋਂ ਪੜ੍ਹ ਕੇ, ਜਿਹੜੇ ਇੱਥੇ ਦੀ ਨੌਜਵਾਨ ਪੀੜ੍ਹੀ ਹੈ ਉਹ ਸਾਰੀ ਬਾਹਰ ਜਾ ਰਹੀ ਹੈ, ਤੁਸੀਂ ਪੜ੍ਹ ਕੇ ਵਾਪਸ ਇੱਥੇ ਆਏ, ਇਹਦੇ ਵਿੱਚ ਰਾਜੇਵਾਲ ਜੀ ਨੇ ਤੁਹਾਨੂੰ ਕਦੀ ਕਿਹਾ ਕਿ ਤੁਸੀਂ ਇੱਥੇ ਵਾਪਸ ਆਓ ਜਾਂ ਬਿਜ਼ਨਸ ਸਾਂਭੋ, ਜਾਂ ਇਹ ਤੁਹਾਡਾ ਖੁਦ ਦਾ ਕਾਲ ਸੀਗਾ? ਨਹੀਂ, ਇੱਕ ਤਾਂ ਉਹਨਾਂ ਦੀ ਵੀ ਕਾਲ ਸੀਗੀ, ਤੇ ਕੁਛ ਮੈਨੂੰ ਵੀ ਜਾਣੀ ਲਗਾਵ ਇੱਧਰ ਹੀ ਸੀਗਾ ਜ਼ਿਆਦਾ, ਕਿਉਂਕਿ ਵੀ ਇੱਕ ਤਾਂ ਹੈਗਾ ਕੱਲਾ ਕੱਲਾ ਜੀ, ਉੱਤੋਂ ਇਹ ਰਹਿੰਦਾ ਸੀਗਾ ਵੀ ਚਲੋ ਠੀਕ ਆ, ਪੜ੍ਹ ਲਿਖ ਗਏ, ਹੁਣ ਕੱਲ੍ਹ ਨੂੰ 100 ਔਖ ਆ ਜਾਂਦੀ ਹੈ ਜੀ ਘਰ ਪਰਿਵਾਰ ਦੇ ਵਿੱਚ, ਫਿਰ ਉੱਥੇ ਕੋਈ ਹੋਵੇ ਨਾ, ਫਿਰ ਕੀ ਲੈਣਾ ਉਸ ਕਾਸੇ ਤੋਂ। ਠੀਕ ਆ, ਦੇਖ ਲਏ, ਬਹੁਤ ਕੁਛ ਸਿੱਖਣ ਨੂੰ ਮਿਲਿਆ ਉਹ ਐਕਸਪੀਰੀਅੰਸ ਤੋਂ ਵੀ, ਪਰ ਹੁਣ ਵਾਪਸ ਆ ਕੇ ਘਰ ਦੇ ਵਿੱਚ ਆ, ਇੰਨੇ 'ਚ ਇਹ ਵੀ ਸੈਟਿਸਫਾਈਡ ਨੇ ਵੀ ਠੀਕ ਆ, ਰੋਜ਼ ਸਵੇਰੇ ਸ਼ਾਮ ਆ ਕੇ ਮਿਲ ਲਈਦਾ। ਇਹ ਵੀ ਲੋਨਲੀ ਫੀਲ ਕਰਦੇ ਸੀ, ਹੁਣ ਮੇਰਾ ਵੀ ਜੀਅ ਲੱਗਿਆ ਰਹਿੰਦਾ ਵੀ ਚਲੋ ਠੀਕ ਆ, ਵੀ ਮਿਲਦੇ ਰਹੀਦਾ ਥੋੜ੍ਹਾ ਬਹੁਤਾ। ਇਹਨਾਂ ਨੂੰ ਵੀ ਜਾਣਨ ਦੀ ਹੁਣੇ ਟਰਾਈ ਕੀਤੀ, ਕਿਉਂਕਿ ਸ਼ੁਰੂ ਤੋਂ ਹੋਸਟਲ ਦੇ ਵਿੱਚ ਪੜ੍ਹਿਆ, ਫਿਰ ਬਾਹਰ ਪੜ੍ਹਿਆ। ਮੈਂ ਵੀ ਇਹਨਾਂ ਨੂੰ ਹੁਣੀ ਜਿੰਨਾ ਜਾਣ ਸਕਿਆ, ਤੇ ਇਹੀ ਕੁਛ ਸਾਲਾਂ ਦੇ ਵਿੱਚ, ਤੇ ਵਧੀਆ ਲੱਗਦਾ ਜੀ। ਫੈਮਿਲੀ ਸਾਰਾ ਕੁਛ ਹੁੰਦੀ ਆ। ਹਾਂਜੀ। ਤੇ ਹਾਲ ਹੀ ਦੇ ਵਿੱਚ ਕੱਲ੍ਹ ਵਿਮਨਸ ਡੇ ਸੈਲੀਬ੍ਰੇਟ ਕਰਕੇ ਹਟੇ ਹਾਂ, ਅਤੇ ਉਸ ਵਕਤ ਕਿਸਾਨਾਂ ਨੇ ਵੀ ਮਹਿਲਾ ਦਿਵਸ ਕੱਲ੍ਹ ਮਨਾਇਆ, ਅਤੇ ਰਾਜੇਵਾਲ ਜੀ ਦੀ ਬਹੂ ਸਾਡੇ ਨਾਲ ਮੌਜੂਦ ਹੈਗੀ ਹੈ। ਕੱਲ੍ਹ ਉੱਥੇ ਆਪਣੀ ਸ਼ਿਰਕਤ ਵੀ ਕਰਕੇ ਆਏ ਨੇ, ਉੱਥੇ ਸ਼ਮੂਲੀਅਤ ਕਰਕੇ ਆਏ ਨੇ। ਉਹਨਾਂ ਤੋਂ ਜਾਣਦੇ ਉੱਥੇ ਦਾ ਮਾਹੌਲ ਕਿਹੋ ਜਿਹਾ ਸੀਗਾ? ਤੁਸੀਂ ਕੱਲ੍ਹ ਉੱਥੇ ਜਾ ਕੇ ਆਏ ਹੋ, ਤੁਹਾਨੂੰ ਕਿਹੋ ਜਿਹਾ ਮਾਹੌਲ ਲੱਗਾ ਉੱਥੇ ਦਾ? ਦੇਖੋ, ਕੱਲ੍ਹ ਪੂਰੀ ਰੌਣਕ ਸੀ ਉੱਥੇ, ਜਿੱਦਾਂ ਇੱਕ ਵਾਰੀ ਥੋੜ੍ਹਾ ਲੱਗ ਰਿਹਾ ਸੀ, ਆਪਾਂ ਸੁਣਿਆ ਦੇਖਿਆ ਵੀ ਉੱਥੇ ਥੋੜ੍ਹਾ ਘੱਟ ਗਿਆ ਏ, ਉੱਦਾਂ ਦਾ ਮਾਹੌਲ ਨਹੀਂ ਰਿਹਾ। ਨਹੀਂ, ਪਰ ਸਾਨੂੰ ਇੱਦਾਂ ਦਾ ਕੁਛ ਫੀਲ ਨਹੀਂ ਹੋਇਆ ਉੱਥੇ, ਪੂਰੀ ਰੌਣਕ ਉਸੇ ਤਰ੍ਹਾਂ। ਕੱਲ੍ਹ ਤਾਂ ਲੇਡੀਜ਼ ਦਾ ਇੰਨਾ ਜ਼ਿਆਦਾ ਘੱਟ ਸੀ ਉੱਥੇ, ਨਹੀਂ ਗੈਦਰਿੰਗ ਸੀ, ਪੂਰੀ ਸਟੇਜ ਉਹਨਾਂ ਨੇ ਸੰਭਾਲੀ ਹੋਈ ਸੀ, ਸਭ ਬੋਲ ਰਹੇ ਸੀ, ਬਹੁਤ ਚੰਗਾ ਲੱਗਿਆ ਉੱਥੇ, ਬਹੁਤ ਵਧੀਆ ਸੀ ਮਾਹੌਲ ਉੱਥੇ। ਤੇ ਗੱਲ ਕਰਦੇ ਹਾਂ ਉਹਨਾਂ ਦੇ ਬੇਟੇ ਦੇ ਨਾਲ, ਜਿਹੜੇ ਇੱਥੇ ਸਾਡੇ ਨਾਲ ਇਸ ਵਕਤ ਮੌਜੂਦ ਨੇ। ਜੇਕਰ ਗੱਲ ਕਰੀਏ ਐਜ਼ ਅ ਹਿਊਮਨ, ਐਜ਼ ਅ ਪਰਸਨ, ਰਾਜੇਵਾਲ ਸਾਹਿਬ ਦੀ, ਤੇ ਉਹ ਬਹੁਤ ਜ਼ਿਆਦਾ ਐਜੂਕੇਸ਼ਨ ਨੂੰ ਸਪੋਰਟ ਕਰਦੇ ਨੇ। ਤੁਸੀਂ ਵੀ ਆਪਣੀ ਡਿਗਰੀ ਕੀਤੀ ਹੈ, ਉਹਦੇ ਵਿੱਚ ਕਦੀ ਕੋਈ ਐਸੀ ਯਾਦ ਤੁਹਾਡੀ, ਉਹਦੇ ਨਾਲ ਸ਼ੁਰੂਆਤ ਕਰਦੇ ਹਾਂ, ਜਿਹਦੇ ਵਿੱਚ ਤੁਹਾਨੂੰ ਰਾਜੇਵਾਲ ਜੀ ਨੇ ਡਾਂਟਿਆ ਵੀ ਹੋਵੇ, ਜਾਂ ਤੁਹਾਨੂੰ ਕਿਸੇ ਫਰਮ ਹੈਂਡ ਨਾਲ ਕੁਝ ਸਮਝਾਇਆ ਹੋਵੇ, ਕੋਈ ਐਸੀ ਯਾਦ ਤੁਹਾਡੀ? ਬਾਪੂ ਜੀ ਨੇ ਡਾਂਟਿਆ ਤਾਂ ਬਹੁਤ ਆ ਸਾਨੂੰ ਛੋਟੇ ਹੁੰਦਿਆਂ ਨੂੰ। ਐਵੇਂ ਕਿ ਅਸੀਂ 2 ਭਰਾ ਸੀਗੇ, 2 ਭਰਾ ਵੀ ਸੀ ਸਾਡੇ, ਮੇਰੇ ਤਾਇਆ ਜੀ ਦੇ ਬੱਚੇ
ਜਾਂ ਸਾਡੀਆਂ ਮਾਸੀ ਦੀਆਂ, ਸਾਡੇ ਭੂਆ ਦੇ ਡਾਂਟਦੇ ਤਾਂ ਬਹੁਤ ਰਹੇ ਨੇ, ਡਾਂਟਦੇ ਪਰ ਇੱਕੋ ਗੱਲ ਤੇ ਰਹੇ ਨੇ ਵੀ ਤੁਸੀਂ ਇਹ ਪੜ੍ਹਦੇ ਹੀ ਨਹੀਂ, ਪੜ੍ਹੋ ਪੜ੍ਹੋ ਪੜ੍ਹੋ। ਸਾਨੂੰ ਕਿਉਂਕਿ ਜਿੱਦਾਂ ਬੇਟੇ ਨੇ ਪਹਿਲਾਂ ਦੱਸਿਆ, ਉਹ ਹਰੇਕ ਸਟੇਜ ਤੋਂ ਵੀ ਇਹੀ ਕਹਿੰਦੇ ਨੇ ਵੀ ਤੁਹਾਡੀ ਪ੍ਰੋਪਰਟੀ, ਤੁਹਾਡੀਆਂ ਜਾਇਦਾਦਾਂ ਨਹੀਂ, ਤੁਹਾਡੀਆਂ ਕੋਠੀਆਂ ਨਹੀਂ, ਕਾਰਾਂ ਨਹੀਂ ਹੈਗੀਆਂ, ਤੁਹਾਡੀ ਪ੍ਰੋਪਰਟੀ ਤੁਹਾਡੇ ਬੱਚੇ ਨੇ। ਜੇ ਤੁਹਾਡਾ ਬੱਚਾ ਵੈਲ ਐਜੂਕੇਟਿਡ ਹੈ, ਉਹ ਕੋਠੀਆਂ ਕਾਰਾਂ ਆਪਣੇ ਆਪ ਲੈ ਲੂਗਾ। ਉਹਨਾਂ ਨੇ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਪਹਿਲਾਂ ਰਿਸ਼ਤੇਦਾਰਾਂ ਨੂੰ, ਆਪਣੇ ਨਾਲ ਜਿਹੜੇ ਉਹਨਾਂ ਦੇ ਕਿਸਾਨ ਯੂਨੀਅਨ ਦੇ ਵਿੱਚ ਨਾਲ ਰੋਜ਼ ਤੁਰਿਆ ਫਿਰਿਆ ਕਰਦੇ ਸੀ, ਉਹਨਾਂ ਨੂੰ ਵੀ ਕਹਿ ਸੁਣ ਕੇ ਵੀ ਆਪਣੇ ਬੱਚਿਆਂ ਨੂੰ ਪੜ੍ਹਾਓ, ਬੱਚਿਆਂ ਨੂੰ ਪੜ੍ਹਾਓ। ਐਜੂਕੇਸ਼ਨ 'ਤੇ ਬਹੁਤ ਸਟ੍ਰੈਸ ਰੱਖਿਆ। ਹੁਣ ਪਿੱਛੇ ਜੇ ਆ ਕੇ ਇੱਥੇ ਪਹਿਲਾਂ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਇੱਕ ਜ਼ਮੀਨ ਖਾਲੀ ਪਈ ਸੀਗੀ, ਉਹ ਸਾਡੇ ਜਿਹੜੇ ਮਹਾਜਨ ਲੋਕ ਸੀ ਪਹਿਲਾਂ ਪਿੰਡਾਂ 'ਚ ਹੁੰਦੇ ਸੀ, ਉਹ ਪਿੰਡਾਂ ਤੋਂ ਕੂਚ ਕਰਕੇ ਸ਼ਹਿਰਾਂ 'ਚ ਆ ਗਏ। ਉਹ ਕੁਝ ਖੰਨੇ ਬੈਠੇ ਨੇ, ਕੋਈ ਦਿੱਲੀ, ਕੋਈ ਗੋਬਿੰਦਗੜ੍ਹ, ਕੋਈ ਬੰਬੇ ਵੀ ਬੈਠੇ ਨੇ। ਅਤੇ ਉਹਨਾਂ ਨੇ ਗੋਬਿੰਦਗੜ੍ਹ ਗਏ, ਉੱਥੇ ਜਾ ਕੇ ਗੱਲ ਕੀਤੀ ਉਹਨਾਂ ਨਾਲ। ਉਹਨਾਂ ਨੇ ਕਿਹਾ ਵੀ ਬਹੁਤ ਵਧੀਆ ਗੱਲ ਹੈ, ਕਿਉਂਕਿ ਉਹਨਾਂ ਦਾ ਜ਼ਮੀਨ ਥੋੜ੍ਹੀ ਸੀ, ਛੋਟੇ ਟੁਕੜੇ ਸੀ ਜ਼ਮੀਨ ਦੇ। ਉਹਨਾਂ ਨੇ ਕਿਹਾ ਵੀ ਜੇ ਮੈਨੂੰ ਇਹ ਜ਼ਮੀਨ ਦੇ ਦੇਵੋ, ਵੀ ਮੈਂ ਇੱਥੇ ਭਗਤ ਜੀ ਦੇ, ਕਿਉਂ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਤੋਂ, ਉਹ ਭਗਤ ਜੀ ਸਾਡੇ ਪਿੰਡ ਤੋਂ ਨੇ, ਰਾਜੇਵਾਲ ਰੋਣੋ ਤੋਂ। ਉਹਨਾਂ ਤੋਂ ਪਹਿਲਾਂ ਪਰਮਿਸ਼ਨ ਲਈ ਭਗਤ ਜੀ ਤੋਂ। ਭਗਤ ਜੀ ਆਪਣਾ ਨਾਂ 'ਤੇ ਕਦੇ ਕੋਈ ਸੰਸਥਾ ਨਹੀਂ ਸੀ ਬਣਾਉਣਾ ਚਾਹੁੰਦੇ ਹੁੰਦੇ। ਉਹ ਚਾਹੁੰਦੇ ਸੀ ਵੀ ਜੇ ਮੇਰੇ ਨਾਂ 'ਤੇ ਕਿਸੇ ਨੇ ਸੰਸਥਾ ਬਣਾ ਲਈ, ਕਿਤੇ ਉਹ ਬੰਦਾ ਉੱਥੇ ਪੈਸੇ ਨਾ ਇਕੱਠੇ ਕਰਨ ਲੱਗ ਜੇ। ਉਹਨਾਂ ਨੂੰ ਬਾਪੂ ਜੀ 'ਤੇ ਪੂਰਨ ਭਰੋਸਾ ਸੀ। ਬਾਪੂ ਜੀ ਨੇ ਕਿਹਾ ਵੀ ਮੈਂ ਭਗਤ ਜੀ ਤੁਹਾਡੇ ਨਾਂ 'ਤੇ ਇੱਕ ਸਕੂਲ ਬਣਾਉਣਾ ਪਿੰਡ 'ਚ ਹੈ, ਅਤੇ ਨੋ ਪ੍ਰੋਫਿਟ ਨੋ ਲੋਸ 'ਤੇ ਬਣਾਉਣਾ ਆਪਾਂ। ਉਹ ਮਹਾਜਨ ਪਰਿਵਾਰਾਂ ਨੇ ਇੰਨੀ ਖੁੱਲ੍ਹਦਿਲੀ ਦਿਖਾਈ, ਉਹਨਾਂ ਨੂੰ ਭਰੋਸਾ ਸੀ ਵੀ ਇਹ ਇਨਸਾਨ ਨੇ ਜ਼ਮੀਨ 'ਤੇ ਸਕੂਲ ਬਣਾਉਣਾ, ਅਤੇ ਅੱਜ ਉੱਥੇ ਇੱਕ ਬਹੁਤ ਵਧੀਆ ਸਕੂਲ ਬਣਿਆ। ਉਹ ਸਕੂਲ ਲੋਕਲ ਏਰੀਏ ਨੂੰ ਬਹੁਤ ਵਧੀਆ ਫੀਡ ਕਰਦਾ, ਸਭ ਤੋਂ ਘੱਟ ਫੀਸਾਂ ਨੇ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਆਮ ਤੌਰ 'ਤੇ ਕੀ ਹੁੰਦਾ ਕਿ ਪਿੰਡਾਂ 'ਚੋਂ ਬੱਸਾਂ ਭੇਜੀਆਂ ਜਾਂਦੀਆਂ ਨੇ ਪਿੰਡਾਂ 'ਚ ਕੌਨਵੈਂਟ ਸਕੂਲਾਂ ਦੀਆਂ, ਅਤੇ ਪਿੰਡਾਂ 'ਚੋਂ ਬੱਚੇ ਕੌਨਵੈਂਟ ਐਜੂਕੇਸ਼ਨ ਲਈ ਸ਼ਹਿਰਾਂ 'ਚ ਆਉਂਦੇ ਨੇ। ਉਸ ਸਕੂਲ ਦੇ ਵਿੱਚ ਐਜੂਕੇਸ਼ਨ ਦਾ ਜਿਹੜਾ ਢਾਂਚਾ ਹੈ ਉਹ ਇੰਨਾ ਵਧੀਆ ਪੱਧਰ 'ਤੇ ਲੈ ਗਏ ਇਹ, ਕਿ ਖੰਨੇ ਤੋਂ ਬੱਚੇ ਸਾਡੇ ਪਿੰਡ ਦੇ ਸਕੂਲ 'ਚ ਪੜ੍ਹਨ ਜਾਂਦੇ ਨੇ। ਹਾਂਜੀ, ਉੱਥੇ ਇੱਕ ਓਨੈਸਟੀ ਸ਼ਾਪ ਖੋਲ੍ਹੀ ਹੈ। ਉਹ ਓਨੈਸਟੀ ਸ਼ਾਪ ਦੇ ਵਿੱਚ ਇੱਕ ਨਵੀਂ ਪਿਰਤ ਪਾਈ ਹੈ। ਬੱਚਿਆਂ ਨੂੰ ਉੱਥੋਂ ਸਿਖਾਇਆ ਗਿਆ ਕਿ ਵਾਟਸ ਟੂ ਬੀ ਓਨੈਸਟ, ਕਿੱਦਾਂ ਹੋਣਾ। ਉੱਥੇ ਰੈਕ ਦੇ ਵਿੱਚ ਸਟੇਸ਼ਨਰੀ ਪਈ ਹੈ, ਬੁੱਕਸ ਪਈਆਂ ਨੇ, ਹੋਰ ਜੋ ਵੀ ਚਾਹੀਦਾ ਉਹਨਾਂ ਨੂੰ ਬੱਚਿਆਂ ਨੂੰ ਸਾਰਾ ਕੁਝ ਪਿਆ ਸਮਾਨ। ਉਹ 'ਤੇ ਰੇਟ ਲਿਸਟ ਲੱਗੀ ਹੈ, ਬੱਚੇ ਉਹ ਰੇਟ 'ਤੇ ਕਿਤਾਬਾਂ ਲੈਂਦੇ ਨੇ, ਬਾਕਸ 'ਚ ਪੈਸੇ ਪਾ ਜਾਂਦੇ ਨੇ। ਜੇ ਕਿਸੇ ਬੱਚੇ ਕੋਲ ਪੈਸੇ ਨਹੀਂ ਹੈਗੇ ਤਾਂ ਉਹ ਆਪਣੀ ਸਲਿੱਪ ਪਾ ਜਾਂਦਾ ਅਤੇ ਨਾਲ ਲਿਖ ਜਾਂਦਾ ਕਿ ਮੈਂ ਇੰਨੇ ਰੁਪਏ ਦੀ ਚੀਜ਼ ਲੈ ਗਿਆ। ਉਹ ਦੂਜੇ ਦਿਨ ਘਰੋਂ ਪੈਸੇ ਲੈ ਕੇ ਆਉਂਦਾ ਅਤੇ ਉੱਥੇ ਪੈਸੇ ਦੇ ਕੇ ਆਪਣੀ ਉਹ ਜਿਹੜੀ ਸਲਿੱਪ ਹੈ ਉਹ ਲੈ ਜਾਂਦਾ। ਅੱਜ ਤੱਕ ਉਹ ਸਕੂਲ ਨੂੰ ਚੱਲਦਿਆਂ ਨੂੰ ਪਤਾ ਨਹੀਂ ਕਿੰਨੇ ਕੁ ਸਾਲ ਹੋ ਗਏ, ਅੱਜ ਤੱਕ ਉੱਥੇ 1 ਰੁਪਈਆ ਨਹੀਂ ਕਦੇ ਘਟਿਆ। ਸਸਤੀ ਐਜੂਕੇਸ਼ਨ, ਸਸਤਾ ਸਾਰਾ ਕੁਛ। ਉੱਥੇ ਜਾ ਕੇ ਤੁਸੀਂ ਦੇਖੋ, ਲੈਬਸ ਵੈਲ ਇਕੁਇਪਡ ਨੇ। ਉਹੋ ਜਿਹੇ ਲੈਬਸ ਕਿਸੇ ਕੌਨਵੈਂਟ ਸਕੂਲ 'ਚ ਨਹੀਂ ਹੋਣੇ। ਅਤੇ ਜਦੋਂ ਵੀ ਕਿਸੇ ਨੂੰ ਕਹਿੰਦੇ ਨੇ ਵੀ ਇੱਥੇ AC ਲਵਾਉਣਾ, ਇੱਕ ਵਾਰੀ ਮੇਰੇ ਯਾਦ ਆ, ਅਸੀਂ ਬੈਠੇ ਸੀਗੇ ਆਪਣੇ ਕਾਰੋਬਾਰ 'ਤੇ, ਪਿੰਡੋਂ ਲੋਕ ਆ ਗਏ, ਉਹਨਾਂ ਨੇ ਇੱਕ ਕੰਪਿਊਟਰ ਲੈਬ ਬਣਾਉਣਾ ਸੀ, ਅਤੇ ਉਹ ਬੰਦੇ ਮੋਹਾਲੀ ਵੀ ਨੇ ਸਾਡੇ ਪਿੰਡ ਦੇ ਬੈਠੇ, ਉਹ ਕਹਿੰਦੇ ਵੀ ਕੰਪਿਊਟਰ ਲੈਬ ਤਾਂ ਬਣਾ ਲਓਗੇ ਪਰ ਉਹਨੂੰ AC ਵੀ ਚਾਹੀਦੇ ਆ। ਮੈਂ ਕਿਹਾ ਵੀ ਪਹਿਲਾਂ ਕੰਪਿਊਟਰ ਤਾਂ ਲਓ। ਬਾਪੂ ਜੀ ਕਹਿੰਦੇ ਵੀ ਕੰਪਿਊਟਰਾਂ ਲਈ ਫਿਰ ਹੁਣ ਡੋਨੇਸ਼ਨ ਕੌਣ ਦਿਓ। ਮੇਰਾ ਪਤਾ ਕੀਤਾ ਹੋਇਆ ਸੀ ਵੀ ਕੰਪਿਊਟਰ ਕਿੰਨੇ ਕੁ ਦਾ ਆਉਂਦਾ, ਬਿਕੋਜ਼ ਜੇ ਤੁਸੀਂ ਮਾਰਕੀਟ ਜਾਂਦੇ ਹੋ ਕੰਪਨੀ ਦੇ ਨਾਂ 'ਤੇ ਮਹਿੰਗੇ ਨੇ, ਜੇ ਕਿਸੇ ਤੋਂ ਅਸੈਂਬਲ ਕਰਵਾ ਲੈਂਦੇ ਹੋ ਸਸਤੇ ਮਿਲ ਜਾਂਦੇ ਨੇ, ਸੇਮ ਸਾਰਾ ਕੁਛ। ਅਤੇ ਇੱਕ ਤੋਂ ਕਹਾਇਆ, ਦੂਜੇ ਤੋਂ ਕਹਾਇਆ, ਜਿਹਨੇ ਕੰਪਿਊਟਰ ਚਾਹੀਦੇ ਸੀ, ਬਾਕੀ ਜਿੰਨੇ ਰਹਿੰਦੇ ਸੀ ਉਹ ਆਪ ਡੋਨੇਟ ਕੀਤੇ। ਫਿਰ ਜਦ ਉਹ ਦੇਖਿਆ ਸਾਡੇ ਪਿੰਡ ਦੇ ਲੋਕਾਂ ਨੇ ਆਪ ਹੀ, ਜੋ ਬਾਹਰ ਸ਼ਹਿਰਾਂ 'ਚ ਰਹਿੰਦੇ ਨੇ, ਕਿਸੇ ਨੇ 1 AC ਭੇਜਤੇ, ਕਿਸੇ ਨੇ 2 ਭੇਜਤੇ। ਕੰਪਿਊਟਰ ਲੈਬ ਬਹੁਤ ਵਧੀਆ ਚੱਲਦੀ ਹੈ। ਮਤਲਬ ਉਹਨਾਂ ਦਾ ਜੋ ਮੰਨਣਾ ਕਿ ਐਜੂਕੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਇਨਸਾਨ, ਇੱਕ ਇਹੋ ਜਿਹਾ ਗਹਿਣਾ, ਇਹ ਤੋਂ ਕਦੇ ਕੋਈ ਵੀ ਖੋ ਨਹੀਂ ਸਕਦਾ। ਬਿਲਕੁਲ। ਤੇ ਰਾਜੇਵਾਲ ਜੀ, ਸਭ ਨੂੰ ਪਤਾ ਹੈ ਕਿ ਐਜੂਕੇਸ਼ਨ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ। ਉੱਥੇ ਹੀ ਜਿਹੜਾ ਇੱਕ ਕਾਲਜ ਦਾ ਵੀ ਕਿੱਸਾ ਬਹੁਤ ਸਾਹਮਣੇ ਆਉਂਦਾ ਹੈ, ਜਿਹੜਾ ਇਸ ਵਕਤ ਰਾਜੇਵਾਲ ਜੀ ਚਲਾ ਰਹੇ ਨੇ। ਉਹ ਬਹੁਤ ਜ਼ਿਆਦਾ ਡਾਊਨ ਜਾ ਚੁੱਕੀ ਸੀ ਉਹਦੀ ਪਲੇਸ, ਉਸ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਉੱਪਰ ਲੈ ਕੇ ਆਏ ਨੇ, ਉਹਦੀ ਅੱਜ ਕੀ ਪਲੇਸ ਹੈਗੀ, ਉਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਓ। ਇੱਥੇ ਨਾਲ ਹੀ ਸਮਰਾਲੇ ਦੇ
ਮਾਲਵਾ ਕਾਲਜ ਹੈ। ਮਾਲਵਾ ਕਾਲਜ ਬੌਂਦਲੀ ਪਿੰਡ ਦੀ ਜ਼ਮੀਨ 'ਚ ਬਣਿਆ ਹੋਇਆ। ਪਿੰਡ ਨੇ ਕਿਸੇ ਵਕਤ ਉਹ ਜ਼ਮੀਨ ਦਾਨ ਕੀਤੀ ਸੀ ਤੇ ਸਰਦਾਰ ਅਜਮੇਰ ਸਿੰਘ ਕੰਗ ਰੈਵਨਿਊ ਮਿਨਿਸਟਰ ਰਹੇ ਨੇ ਬਹੁਤ ਪੁਰਾਣੇ, ਉਹਨਾਂ ਨੇ ਇਹਨੂੰ ਐਸਟੈਬਲਿਸ਼ ਕੀਤਾ ਇਸ ਸੰਸਥਾ ਨੂੰ। ਇਹ ਸੰਸਥਾ ਬਹੁਤ ਵਧੀਆ ਚੱਲਦੀ ਰਹੀ ਤੇ ਪਿੱਛੇ ਜੇ ਕਈ ਸਾਲ ਪਹਿਲਾਂ ਬਹੁਤ ਡਾਊਨਫਾਲ ਵੱਲ ਚਲੀ ਗਈ। ਫੋਰ ਐਨੀ ਰੀਜ਼ਨਸ ਆਪਾਂ ਨੇ ਕਿਉਂ ਉਹਦੇ ਪਿੱਛੇ ਜਾਣਾ। ਤੇ 11 ਸਾਲ ਹੋ ਗਏ ਬਾਪੂ ਜੀ ਨੂੰ ਉੱਥੇ ਪ੍ਰੈਜ਼ੀਡੈਂਟ ਨੇ ਹੁਣ ਉਹ ਮਾਲਵਾ ਐਜੂਕੇਸ਼ਨ ਕੌਂਸਲ ਦੇ। ਲੋਕਾਂ ਨੇ ਏਰੀਏ ਦੇ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਇਹਨੂੰ ਸਾਂਭੋ, ਤੁਸੀਂ ਚਲਾ ਸਕਦੇ ਹੋ ਤੇ 11 ਸਾਲਾਂ ਤੋਂ ਚਲਾ ਰਹੇ ਨੇ। ਜਦੋਂ ਇਹਨਾਂ ਨੇ ਟੇਕ ਓਵਰ ਕੀਤਾ ਸੀ ਇਸ ਕਾਲਜ ਦੀ ਕੋਈ ਦੇਣਦਾਰੀ 3 ਕਰੋੜ ਤੋਂ ਉੱਪਰ ਸੀ। ਦੇਣਦਾਰੀ ਕੀ ਸੀ? ਜਿਹੜੇ ਟੀਚਰ ਰਿਟਾਇਰ ਹੋ ਗਏ ਸੀਗੇ ਉਹਨਾਂ ਦੇ ਰਿਟਾਇਰਮੈਂਟ ਬੈਨੀਫਿਟ ਸੀਗੇ ਤੇ ਟੀਚਰਸ ਦੀ ਪੇ ਪਤਾ ਨਹੀਂ ਕਿੰਨੇ ਸਾਲ ਦੀ ਪੇ ਰਹਿੰਦੀ ਸੀ। ਉਹ ਜਦੋਂ ਉਹਨਾਂ ਨੂੰ ਪੇ ਨਹੀਂ ਸੀ ਮਿਲਦੀ, ਪੈਸੇ ਨਹੀਂ ਸੀ ਮਿਲਦੇ, ਉਹ ਬੱਚੇ ਵੀ ਨਹੀਂ ਸੀ ਲਿਆਉਂਦੇ, ਬੱਚਿਆਂ ਦੀ ਸਟਰੈਂਥ ਬਹੁਤ ਘੱਟ ਗਈ। ਇਹਨਾਂ ਨੇ ਆਪਣੇ ਅਸਰ ਰਸੂਖ ਦੇ ਨਾਲ ਚੰਡੀਗੜ੍ਹ ਜਾਂਦੇ ਰਹੇ, ਚੰਡੀਗੜ੍ਹ ਤੋਂ ਪੈਸੇ ਲਿਆਂਦੇ, ਸਰਕਾਰਾਂ ਤੋਂ ਪੈਸੇ ਲੈ ਕੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਤੋਂ ਉਹਨਾਂ ਦੇ ਸਾਰੇ ਰਿਟਾਇਰਮੈਂਟ ਬੈਨੀਫਿਟ ਦਿੱਤੇ। ਅੱਜ ਉੱਥੇ ਰੈਗੂਲਰ ਪੇ ਮਿਲਦੀ ਆ ਹਰੇਕ ਟੀਚਰ ਨੂੰ। ਪਤਾ ਨਹੀਂ ਅਨੇਕਾਂ ਹੀ ਉੱਥੇ ਇਹਨਾਂ ਨੇ ਕੋਰਸ ਵੀ ਦਿੱਤੇ ਸ਼ੁਰੂ ਕੀਤੇ। ਇਹਨਾਂ ਨੇ ਸਟਾਰਟ ਕੀ ਕੀਤਾ ਵੀ ਜਿੱਦਣ ਮਾਲਵਾ ਐਜੂਕੇਸ਼ਨ ਕੌਂਸਲ ਦੀ ਫਸਟ ਮੀਟਿੰਗ ਸੀਗੀ, ਉੱਥੇ ਬੈਠੇ ਸੁਭਾਵਨ ਜਿਵੇਂ ਹੁੰਦਾ ਵੀ ਚਲੋ ਚਾਹ ਮੰਗਾ ਲੈਂਦੇ ਹਾਂ, ਉੱਥੋਂ ਹੀ ਇਹਨਾਂ ਨੇ ਕਿਹਾ ਵੀ ਚਾਹ ਅੱਜ ਆਪਣੀ ਪਹਿਲੀ ਮੀਟਿੰਗ ਹੈ, ਤੁਸੀਂ ਮੈਨੂੰ ਪ੍ਰੈਜ਼ੀਡੈਂਟ ਬਣਾਇਆ, ਚਾਹ ਮੇਰੇ ਵੱਲੋਂ ਹੋਊਗੀ। ਕਿਉਂਕਿ ਇਹ ਸੰਸਥਾ ਘਾਟੇ 'ਚ ਹੈ, ਆਪਾਂ ਨੇ ਇਹ ਸੰਸਥਾ 'ਤੇ ਕੋਈ ਵੀ ਖਰਚਾ ਨਹੀਂ ਪਾਉਣਾ। ਆਪਾਂ ਨੇ ਜੋ ਵੀ ਇਹਨਾਂ ਦੀ ਟੀਮ ਹੈ, ਬਹੁਤ ਸੂਝਵਾਨ ਟੀਮ ਹੈ ਜੀ, ਸਾਰੇ ਘਰਾਂ ਤੋਂ ਚੰਗੇ ਨੇ, ਸਾਰਾ ਖਰਚਾ ਪਾਣੀ ਇਹ ਆਪਣੀਆਂ ਜੇਬਾਂ 'ਚੋਂ ਕਰਦੇ ਰਹੇ। ਉੱਥੇ ਇੱਕ ਆਡੀਟੋਰੀਅਮ, ਓਪਨ ਆਡੀਟੋਰੀਅਮ ਜਿਹਾ ਪਿਆ ਸੀ, ਉਹ ਕੰਪਲੀਟ ਕੀਤਾ, ਉਹਨੂੰ ਟੋਟਲੀ ਏਸੀ ਬਣਾਇਆ। ਇੱਥੇ ਵੀ ਕੰਪਿਊਟਰ ਲੈਬ ਬਣਾਈ, ਏਸੀ ਹੈ। ਇੱਕ ਬਿਲਡਿੰਗ, ਇੱਕ ਫਿਰ ਉੱਥੇ ਲੰਗਰ ਦਾ ਪ੍ਰੋਗਰਾਮ ਸ਼ੁਰੂ ਕੀਤਾ। ਇੱਕ ਵਾਰੀ ਕੀ ਹੋਇਆ, ਇੱਥੇ ਕੋਈ ਫੋਕ ਡਾਂਸ ਦੀ ਪ੍ਰੈਕਟਿਸ ਹੋ ਰਹੀ ਸੀ, ਜਿੱਦਾਂ ਯੂਥ ਫੈਸਟੀਵਲ ਹੁੰਦਾ, ਉਹਦੀ ਇੱਕ ਬੱਚੀ ਡਾਂਸ ਕਰਦੀ ਗਿਰ ਗਈ। ਉਹ ਤੋਂ ਪੁੱਛਿਆ ਗਿਆ ਵੀ ਕੀ ਗੱਲ ਹੈ, ਤੇ ਟੀਚਰਸ ਨੇ ਆ ਕੇ ਬਾਪੂ ਜੀ ਨੂੰ ਦੱਸਿਆ ਕਿ ਇਹ ਬੱਚੀ ਨੇ ਪਤਾ ਨਹੀਂ ਕਿੰਨੇ ਦਿਨ ਤੋਂ ਖਾਣਾ ਨਹੀਂ ਖਾਧਾ ਤੇ ਉਹ ਪ੍ਰੈਕਟਿਸ ਕਰਦੀ ਗਿਰ ਗਈ। ਕਿਉਂਕਿ ਇਹ ਜਿਹੜਾ ਕਾਲਜ ਹੈ ਇਹ ਰਿਮੋਟ ਏਰੀਏ 'ਚ ਲੱਗਿਆ, ਰੂਰਲ ਏਰੀਏ ਦਾ ਕਾਲਜ ਹੈ, ਬਹੁਤ ਗਰੀਬ ਬੱਚੇ ਇੱਥੇ ਆਉਂਦੇ ਨੇ। ਤੇ ਉਸੇ ਦਿਨ ਤੋਂ ਉਹਨਾਂ ਨੇ ਪ੍ਰਣ ਕਰ ਲਿਆ, ਇੱਕੋ ਇੱਕ ਮੇਰੇ ਖਿਆਲ ਸ਼ਾਇਦ ਕਾਲਜ ਹੋਊਗਾ, ਮੈਂ ਤਾਂ ਕਦੇ ਦੇਖਿਆ ਨਹੀਂ, ਜਿੱਥੇ ਫ੍ਰੀ ਲੰਗਰ ਚੱਲਦਾ ਹੈ। ਕਾਲਜ ਦੇ ਵਿੱਚ ਫ੍ਰੀ ਲੰਗਰ ਹੈ, ਬੱਚੇ ਆਪਣਾ ਲੰਗਰ ਉੱਥੇ ਛਕ ਸਕਦੇ ਨੇ। ਲੰਗਰ ਦੀ ਪ੍ਰਥਾ ਉੱਥੇ ਸ਼ੁਰੂ ਕੀਤੀ ਤੇ ਇਹਨੂੰ ਕਾਮਯਾਬੀ ਵੱਲ ਲਿਜਾਣ ਲਈ ਸਰਕਾਰ ਤੋਂ ਗ੍ਰਾਂਟਾਂ ਵੀ ਲਈਆਂ। ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਆਡੀਟੋਰੀਅਮ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਇਹ ਆਡੀਟੋਰੀਅਮ ਇਹਨਾਂ ਨੇ ਕੁਛ ਲੱਖ 'ਚ ਖੜਾ ਕੀਤਾ। ਇੱਕ ਵਾਰ ਇੱਥੇ ਉਦੋਂ ਦੇ ਮੁੱਖ ਮੰਤਰੀ ਆਏ, ਉਹਨਾਂ ਨੇ ਪੁੱਛਿਆ ਵੀ ਇਹ ਕਿੰਨੇ 'ਚ ਤਿਆਰ ਹੋਇਆ। ਉਹਨਾਂ ਨੇ ਦੱਸਿਆ ਵੀ ਇਹ ਸਾਡਾ ਪਤਾ ਨਹੀਂ ਉਦੋਂ ਕਿੰਨੇ ਕੁ ਲੱਗੇ ਸੀ, ਮੇਰੇ ਐਗਜ਼ੈਕਟਲੀ ਫਿਗਰ ਯਾਦ ਨਹੀਂ, ਉਹਨਾਂ ਯਾਦ ਆ ਵੀ ਪਰ ਤੁਹਾਡੀ ਸਰਕਾਰ ਨੇ ਪਠਾਨਕੋਟ 'ਚ ਇਹ 1.25 ਕਰੋੜ 'ਚ ਤਿਆਰ ਕੀਤਾ। ਮਤਲਬ ਇਹ ਜਿਹੜੇ ਡਿਫਰੈਂਸਿਸ ਨੇ, ਜੇ ਕੋਈ ਇਮਾਨਦਾਰ ਬੰਦੇ ਅੱਗੇ ਆ ਜਾਣ, ਮੇਰੇ ਖਿਆਲ 'ਚ ਆਪਣਾ ਦੇਸ਼ ਅਜੇ ਵੀ ਸੋਨੇ ਦੀ ਚਿੜੀਆ ਫੇਰ ਮੁੜ ਕੇ ਬਣ ਸਕਦਾ ਹੈ। ਇਹਨੂੰ ਦੇਖਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਰਾਜੇਵਾਲ ਜੀ ਜੋ ਥਾਨ ਲੈਂਦੇ ਨੇ ਉਹ ਕਰਕੇ ਹੀ ਦਮ ਲੈਂਦੇ ਨੇ। ਮਾਲਵਾ ਐਜੂਕੇਸ਼ਨ ਕੌਂਸਲ ਦਾ ਮੈਨੂੰ ਯਾਦ ਹੈ ਵੀ ਜੋ ਇਹਨਾਂ ਨੇ ਧਿਆ ਲਿਆ ਕਿ ਮੈਂ ਇਹਨਾਂ ਦੇ ਜੋ ਵੀ ਇਹਨਾਂ ਦੇ ਪੈਸੇ ਦੇਣਦਾਰੀ ਹੈ ਇਹ ਮੈਂ ਦੇਣੇ ਨੇ। ਅਨੇਕਾਂ ਵਾਰੀ ਭਾਵੇਂ ਉਹ ਦੁਪਹਿਰ ਦੇ 4 ਵਜੇ ਹੋਣ, ਕਿਸੇ ਨੇ ਕਹਿ ਦਿੱਤਾ ਹੋਵੇ ਕਿ ਆ ਜਾਓ ਤੁਹਾਡੀ ਫਾਈਲ ਕਲੀਅਰ ਕਰਨੀ ਹੈ, ਇਹ 4 ਵਜੇ ਚਲੇ ਗਏ ਨੇ ਚੰਡੀਗੜ੍ਹ ਨੂੰ। ਕਿਤੇ ਵੀ ਜਾਣਾ ਪਿਆ ਇਹਨਾਂ ਨੇ ਜਾ ਕੇ, ਅੱਜ ਤੁਸੀਂ ਜਾ ਕੇ ਦੇਖੋ ਕਾਲਜ ਦੇ ਹਾਲਾਤ ਹੀ ਹੋਰ ਨੇ। ਉੱਥੇ ਬੱਚੀਆਂ ਦੇ ਲਈ ਨਾਟ ਇਵਨ ਅ ਸਿੰਗਲ ਸੀਟ ਫॉर ਟੋਇਲਟ ਸੀਗੀ, ਇੱਕ ਵੀ ਟੋਇਲਟ ਸੀਟ ਨਹੀਂ ਸੀ ਬੱਚਿਆਂ ਲਈ। ਅੱਜ ਉੱਥੇ ਮੇਰੇ ਖਿਆਲ 7-8 ਟੋਇਲਟ ਬਣਾ ਦਿੱਤੇ ਨੇ ਇਹਨਾਂ ਨੇ, ਬॉयਜ਼ ਦੇ ਡਿਫਰੈਂਟ, ਗਰਲਸ ਦੇ ਡਿਫਰੈਂਟ। ਇੱਕ ਬਲੋਕ ਖੜਾ ਕੀਤਾ, ਕਦੇ ਉੱਥੇ 1 ਰੁਪਈਆ ਨਹੀਂ ਖੜਾ ਕਦੇ ਕਿਸੇ ਨੇ ਲਾਇਆ ਸੀ। ਜਨਰੇਟਰ ਉੱਥੇ ਹੈ, ਪਾਰਕਿੰਗ ਲਈ ਉੱਥੇ ਹੈ, ਸਾਰਾ ਕੁਛ ਡਿਸਿਪਲਨ ਪੂਰਾ ਮੇਨਟੇਨ ਹੈ। ਪਹਿਲਾਂ ਉੱਥੇ ਹੜਤਾਲਾਂ ਹੀ ਹੋਇਆ ਜਾਇਆ ਕਰਦੀਆਂ ਸੀ,
ਅੱਜ ਤੱਕ ਉੱਥੇ ਕਦੇ ਹੜਤਾਲ ਨਹੀਂ ਹੋਈ ਇਹਨਾਂ ਦੇ ਟੈਨਿਓਰ ਦੇ ਵਿੱਚ। ਬਹੁਤ ਵਧੀਆ ਕਾਲਜ ਰਨ ਕਰਦਾ, ਕਦੇ ਮੌਕਾ ਹੋਇਆ ਤੁਸੀਂ ਜਾਓ ਉਹਨੂੰ ਵਿਜ਼ਿਟ ਕਰੋ। ਤੇ ਜੇਕਰ ਗੱਲਬਾਤ ਕੀਤੀ ਜਾਵੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਨੌਜਵਾਨਾਂ ਦੀ ਸ਼ਮੂਲੀਅਤ ਹੈਗੀ ਹੈ, ਤੇ ਇਸ ਵਕਤ ਮੇਰੇ ਨਾਲ ਇੱਥੇ ਬੈਠੇ ਨੇ ਰਾਜੇਵਾਲ ਜੀ ਦੇ ਪੋਤੇ, ਇਹ ਵੀ ਨੌਜਵਾਨ ਨੇ। ਇਹਨਾਂ ਤੋਂ ਜਾਣਦੇ ਆ ਕਿ ਜਿਸ ਵਕਤ ਉੱਥੇ ਜਿਹੜੇ ਨੌਜਵਾਨ ਹੈਗੇ ਆ ਉਹ ਜਾ ਕੇ ਰਾਜੇਵਾਲ ਜੀ ਕੋਲ ਬਹਿੰਦੇ ਨੇ, ਉਹਨਾਂ ਦੀ ਸਜੈਸ਼ਨਸ ਲੈਂਦੇ ਨੇ, ਉਸ ਤੋਂ ਬਾਅਦ ਉਹਨਾਂ ਨਾਲ ਫੋਟੋਆਂ ਖਿਚਵਾਉਂਦੇ ਨੇ, ਪੋਸਟ ਕਰਦੇ ਨੇ, ਬਹੁਤ ਆਪਣਾ ਇੱਕ ਪ੍ਰਿਵਿਲੇਜ ਦਿਖਾਉਂਦੇ ਨੇ ਉਸ ਚੀਜ਼ ਨੂੰ। ਉਸ ਵਕਤ ਤੁਹਾਨੂੰ ਕਿਹੋ ਜਿਹਾ ਲੱਗਦਾ ਆ? ਨਹੀਂ, ਫਸਟ ਆਫ ਆਲ ਇੱਕ ਹੀ ਵਰਡ ਕਹੂੰਗਾ, ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟ ਫੀਲ ਹੁੰਦੀ ਹੈ ਜਦੋਂ ਵੀ ਇੰਨਾ ਲੋਕ ਆ ਕੇ ਪਿਆਰ ਕਰਦੇ ਨੇ, ਮਤਲਬ ਬਾਪੂ ਨੂੰ ਆ ਕੇ ਪਿਆਰ ਕਰਦੇ ਨੇ। ਫਿਰ ਆ ਕੇ ਇੱਦਾਂ ਨਹੀਂ ਆ ਵੀ ਇਕੱਲੀਆਂ ਫੋਟੋਆਂ ਹੀ ਖਿਚਾਉਣ ਆਉਂਦੇ ਨੇ, ਕੋਲ ਆ ਕੇ ਬਹਿੰਦੇ ਨੇ ਵੀ ਸਾਨੂੰ ਦੱਸੋ ਜੀ, ਸਾਨੂੰ ਅੱਗੇ ਗਾਈਡ ਕਰੋ ਜੀ। ਇਹ ਨਹੀਂ ਤੇ ਬਹਿ ਕੇ ਜਿਵੇਂ ਆਪਾਂ ਕੋਲ ਘਰ ਦੇ ਬਜ਼ੁਰਗਾਂ ਤੋਂ ਇੱਦਾਂ ਬਹਿ ਕੇ ਉਹ ਸੁਣ ਕੇ ਜਾਂਦੇ ਨੇ, ਸਲਾਹਾਂ ਲੈ ਕੇ ਜਾਂਦੇ ਨੇ ਤੇ ਅਮਲ ਵੀ ਕਰਦੇ ਨੇ, ਤੇ ਪੂਰਾ ਅਮਲ ਵੀ ਕਰਦੇ ਨੇ। ਜਿਵੇਂ ਪਹਿਰਾ ਦਿੰਦੇ ਨੇ, ਆਪਾਂ ਦੇਖਦੇ ਹਾਂ ਜਾ ਕੇ ਵਲੰਟੀਅਰਾਂ ਨੇ ਉੱਥੇ ਇੰਨੀਆਂ ਵਧੀਆ ਵਧੀਆ ਡਿਊਟੀਆਂ ਸੰਭਾਲੀਆਂ ਨੇ। ਮੈਂ ਵੀ ਕਈ ਵਾਰ ਜਾ ਕੇ ਉੱਥੇ ਸੇਵਾ ਕਰਦੇ ਹੀ ਹਾਂ ਟਾਈਮ ਪਾਸ ਨੂੰ। ਹੁਣ ਉੱਥੇ ਕਈ ਦਿਨ ਮੈਂ ਵੀ ਲਾ ਕੇ ਆਉਣਾ, ਹੁਣ ਇੱਦਾਂ ਤਾਂ ਹੁੰਦਾ ਨਹੀਂ ਸਾਰੀ ਦਿਹਾੜੀ ਫਰੀ। ਚਲੋ ਉੱਥੇ ਵਧੀਆ ਸੇਵਾ ਸੂਵਾ ਕਰਕੇ ਸੈਟਿਸਫੈਕਸ਼ਨ ਮਿਲਦੀ ਹੈ, ਇੱਕ ਅੰਦਰੋਂ ਸੈਟਿਸਫੈਕਸ਼ਨ ਮਿਲਦੀ ਹੈ। ਹਾਂਜੀ। ਤੇ ਤੁਸੀਂ ਲਾਸਟ ਕਿਸ ਦਿਨ ਜਾ ਕੇ ਆਏ ਸੀਗੇ? ਤੇ ਜਿਸ ਦਿਨ ਦੇ ਤੁਸੀਂ, ਆਪਾਂ ਇਹ ਵੀ ਸੁਣ ਰਹੇ ਹਾਂ ਕਿ ਤੁਸੀਂ ਬਹੁਤ ਕੋਸ਼ਿਸ਼ ਕਰ ਰਹੇ ਹੋ ਰਾਜੇਵਾਲ ਜੀ ਇੱਕ ਵਾਰ ਘਰ ਆ ਜਾਣ। ਉਹ ਜਿੰਨੇ ਦਿਨ ਦੇ ਉੱਥੇ ਗਏ ਨੇ, ਕਿਉਂਕਿ ਉਹਨਾਂ ਨੇ ਇੱਕ ਪ੍ਰਣ ਕੀਤਾ ਆ, ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਤਦ ਤੱਕ ਉਹ ਵਾਪਸ ਨਹੀਂ, ਘਰ ਨਹੀਂ ਆਉਣਗੇ। 3 ਮਹੀਨੇ ਤੋਂ ਉਹ ਸਿੰਘੂ ਬਾਰਡਰ ਤੇ ਬੈਠੇ ਰਹੇ ਨੇ, ਹਾਲਾਂਕਿ ਉਹ ਮਹਾਪੰਚਾਇਤਾਂ ਕਰ ਰਹੇ ਨੇ ਲੇਕਿਨ ਘਰ ਨਹੀਂ ਆਏ। ਤੁਸੀਂ ਕੋਸ਼ਿਸ਼ ਕਰ ਰਹੇ ਹੋ ਉਹਨਾਂ ਨੂੰ ਘਰ ਲੈ ਕੇ ਆਉਣ ਦੀ, ਤੇ ਉਹ ਆ ਨਹੀਂ ਰਹੇ। ਆ ਤਾਂ ਘਰ, ਮੇਰੀ ਤਾਂ ਇੰਨੀ ਕੀ ਕੋਸ਼ਿਸ਼ ਹੁੰਦੀ ਹੈ ਜੀ ਵੀ ਘਰੇ ਆ ਜਾਣ। ਥੋੜਾ ਜਿਵੇਂ ਸਿਹਤ ਪੱਖੋਂ ਇੰਨਾ ਨਹੀਂ ਰਹਿੰਦੇ, ਥੋੜੀ ਰੈਸਟ ਰੁਸਟ ਮਿਲ ਜਾਂਦੀ ਹੈ, ਬੰਦਾ 1-2 ਦਿਨ ਬ੍ਰੇਕ ਮਿਲ ਜਾਂਦੀ ਹੈ, ਮੈਂਟਲੀ ਫਰੈਸ਼ ਹੋ ਜਾਂਦਾ। ਤੇ ਜਿਵੇਂ ਟੈਸਟ ਟੁਸਟ ਕਰਾ ਦਿੰਦੇ ਆ, ਦਵਾਈਆਂ ਲੈ ਕੇ ਬੰਦਾ ਹੁੰਦਾ ਨਾ ਵੀ ਫੇਰ ਤਿਆਰੀ ਕਰਕੇ ਵੀ ਫੇਰ ਹੋਣਾ ਵੀ ਹੀਲ ਬੀ ਰੈਡੀ ਫॉर ਅਨਦਰ 2-3 ਮੰਥਸ, ਉਵੇਂ ਕਰ ਦਈਏ ਤੇ ਉਹ ਹੁੰਦਾ ਹੈ। ਤੇ ਇੰਨੀ ਕੀ ਕੋਸ਼ਿਸ਼ ਹੁੰਦੀ ਹੈ ਵੀ ਘਰੇ ਆ ਜਾਣ, ਪਰ ਜਿੱਦੀ ਉਹ ਇੰਨੇ ਨੇ ਵੀ ਜਿਹੜੀ ਚੀਜ਼ ਆਪਣੀ ਠਾਣ ਲਈ ਉਹ ਪੂਰੀ ਕਰਨੀ ਆ। ਇੱਕ ਵਾਰੀ ਤੁਹਾਨੂੰ ਦੱਸਦਾ, ਇੱਥੇ ਪੁਲ ਲੱਗਣਾ ਸੀਗਾ ਜੀ, ਇੱਥੇ ਆਪਣੇ ਬਾਈਪਾਸ ਲੰਘਿਆ ਸਮਰਾਲੇ ਜੀ, ਉਹਦੇ ਬਲੋਲਪੁਰ ਰੋਡ ਤੇ ਪੁਲ ਲੱਗਣਾ ਸੀ। ਉੱਥੇ ਲੋਕਾਂ ਨੇ ਵੀ ਬਹੁਤ ਸੰਘਰਸ਼ ਕਰਿਆ, ਮੈਂ ਇਹਨਾਂ ਨੂੰ ਇਕੱਲਿਆਂ ਨੂੰ ਨਹੀਂ ਕਹਿੰਦਾ, ਵੀ ਲੋਕਾਂ ਨੇ ਵੀ ਬਹੁਤ ਸੰਘਰਸ਼ ਕਰਿਆ। ਉਹ ਲੋਕਾਂ ਦੀ ਕਲੈਕਟਿਵ ਐਫਰਟ ਸੀਗਾ। ਪਰ ਇੱਕ ਵਾਰ ਤਾਂ NHAI ਵਾਲਿਆਂ ਨੇ ਆ ਕੇ ਇੰਨਾ ਡਰਾਤਾ, ਮਤਲਬ ਲੋਕਾਂ ਦੀ ਜੋ ਆਵਾਜ਼ ਹੁੰਦੀ ਉਹਦੇ ਬੇਸ ਤੇ ਗੱਲ ਕਰ ਰਹੇ। ਲੋਕ ਕਹਿੰਦੇ ਸੀ ਵੀ ਨਹੀਂ ਇਹ ਤਾਂ ਐਵੇਂ ਮਾਰੀ ਜਾਂਦੇ ਨੇ, ਵੀ ਇਹ ਤਾਂ ਲੱਗੂਗਾ, ਪੁਲ ਲੱਗੂਗਾ। ਅਸੀਂ ਵੀ ਕਹਿੰਦੇ ਵੀ ਲੱਗ ਜੂਗਾ, ਮੈਂ ਵੀ ਕਹਿੰਦੇ ਬਾਪੂ ਵੀ ਲੱਗੂਗਾ। ਹਾਂ ਲੱਗੂਗਾ ਪੁਲ, ਮੈਂ ਲਵਾ ਕੇ ਹਟੂ। ਮੇਰੇ ਕੋਲ ਹਾਲੇ ਤੱਕ ਪ੍ਰਾਈਮ ਮਿਨਿਸਟਰ ਆਫਿਸ ਤੋਂ ਲੈਟਰਸ ਪਈਆਂ ਨੇ, ਅੱਖੀਂ ਮੇਰੇ ਆਪ ਪੜ੍ਹੀਆਂ ਨੇ, ਪੁਲ ਅਪਰੂਵ ਕਰਾ ਕੇ ਲਿਆਂਦਾ। ਕਈ ਵਾਰ ਆਪਾਂ ਨੂੰ ਵੀ ਡਾਊਟਫੁਲ ਹੋ ਜਾਂਦੇ ਆ ਵੀ ਇਹ ਕੰਮ ਹੋ ਸਕਦਾ ਹੈ, ਵੀ ਨਹੀਂ ਛੱਡੋ ਪਰੇ। ਪਰ ਜਿਹੜੀ ਚੀਜ਼ ਨੂੰ ਫੜ ਲਿਆ ਤੇ ਕਰਕੇ ਹਟਦੇ ਆ, ਤਾਂ ਹੀ ਕਹਿੰਦੇ ਨੇ ਵੀ ਮੋਦੀ ਨੂੰ ਮੰਨ ਜਾਣਾ ਚਾਹੀਦਾ, ਵੀ ਨਹੀਂ ਤਾਂ ਇਹ ਤਾਂ ਮਨਾ ਕੇ ਹਟਣਗੇ ਵੀ ਜੇ ਮੋਦੀ ਜਿੱਦੀ ਹੈ, ਉਹਦੇ ਵੀ ਪਿਓ ਨੇ। ਤੇ ਦੇਖਿਆ ਜਾਵੇ ਜਿਸ ਤਰੀਕੇ ਨਾਲ ਰਾਜੇਵਾਲ ਜੀ ਮਿਹਨਤ ਕਰ ਰਹੇ ਨੇ, ਸਭ ਤੋਂ ਅੱਗੇ ਉਹਨਾਂ ਨੇ ਕਮਾਂਡ ਸਾਂਭੀ ਹੋਈ ਹੈ। ਉਸ ਤੋਂ ਬਾਅਦ ਕੁਝ ਜਿਹੜੀਆਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਚੀਜ਼ਾਂ ਵਾਇਰਲ ਹੁੰਦੀਆਂ ਨੇ, ਕਿਹਾ ਜਾ ਰਿਹਾ ਆ ਕਿ ਉਹ ਹੋਟਲਾਂ 'ਚ ਰਹਿ ਰਹੇ ਨੇ, ਹਾਲਾਂਕਿ ਤੁਸੀਂ ਉਹਨਾਂ ਨੂੰ ਘਰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹ ਰੈਸਟ ਕਰ ਲੈਣ। ਤਾਂ ਤੁਹਾਨੂੰ ਕਿਹੋ ਜਿਹਾ ਲੱਗਦਾ ਹੈਗਾ ਕਿ ਤੁਹਾਡੇ ਘਰ ਜਿਹੜੇ ਤੁਹਾਡੇ ਬਜ਼ੁਰਗ ਨੇ ਉਹ ਇੱਦਾਂ ਬੈਠੇ ਨੇ, ਸਭ ਵਾਸਤੇ ਬੈਠੇ ਨੇ, ਤੇ ਲੇਕਿਨ ਲੋਕ ਇੱਦਾਂ ਦੀਆਂ ਗੱਲਾਂ ਕਰ ਰਹੇ ਨੇ? ਦੇਖੋ ਜੀ, ਆਪੋ ਆਪਣੀ ਸੋਚ ਆ। ਹੁਣ ਮੇਨ ਤਾਂ ਆਪਣਾ ਉਹਦਾ ਕਹਿਣਾ ਏਮ ਤਾਂ ਸਾਰਿਆਂ ਦਾ ਇੱਕੋ ਆ ਵੀ ਇਹ ਬਿੱਲ ਰੱਦ ਹੋਣ, ਹੈ ਨਾ, ਤੇ ਸਾਰਿਆਂ ਨੂੰ ਆਪਣੇ ਹੱਕ ਮਿਲਣ, ਜੋ ਵੀ ਆਵਾਜ਼ ਆ, ਹੈ ਨਾ। ਹੁਣ ਕਿਸੇ ਦਾ, ਹੁਣ ਇੱਥੋਂ ਚੰਡੀਗੜ੍ਹ ਜਾਣਾ ਜੀ, 4 ਰਸਤੇ ਜਾਂਦੇ ਨੇ। ਮੈਂ ਇੱਧਰੋਂ ਜਾਊਂਗਾ, ਤੁਸੀਂ ਉੱਧਰੋਂ ਜਾਓਗੇ, ਜਾਣਾ ਤਾਂ ਚੰਡੀਗੜ੍ਹ ਹੀ ਆ ਨਾ। ਹੁਣ ਕਈ ਡਿਫਰੈਂਸਿਸ ਹੁੰਦੇ ਨੇ, ਆਈਡੀਓਲੋਜੀਕਲ ਡਿਫਰੈਂਸਿਸ ਹੁੰਦੇ ਨੇ, ਕਈਆਂ ਨੂੰ ਇਹਨਾਂ ਦੀਆਂ ਨਹੀਂ ਸੋਚ ਪਸੰਦ, ਕਈਆਂ ਨੂੰ ਪਸੰਦ ਆ। ਪਰ ਇਹ ਆਪਣੇ ਦਿਲੋਂ ਤੇ ਪੂਰੀ ਡੈਡੀਕੇਸ਼ਨ ਨਾਲ ਲੱਗੇ ਹੋਏ ਨੇ ਵੀ ਇਹ ਬਿੱਲ ਰੱਦ ਕਰਵਾਉਣੇ ਨੇ, ਤੇ ਇਹ ਪੂਰੀ ਆਪਣੀ ਤਹਿ ਦਿਲੋਂ ਲੱਗੇ ਹੋਏ ਨੇ। ਹਾਂ ਕਈ ਵਾਰ ਬੁਰਾ ਲੱਗਦਾ ਵੀ ਕਿਉਂ ਲੋਕ ਇਹ ਸਭ ਕਹਿ ਰਹੇ ਨੇ, ਵੀ ਜਦੋਂ ਕੁਛ ਲੈਣ ਨੂੰ, ਕੱਢਣ ਪਾਉਣ ਨੂੰ ਇਹ 'ਚੋਂ ਹੈ ਨਹੀਂ ਕੁਛ, ਹੈ ਨਾ, ਵੀ ਉਹ ਤਾਂ ਲੋਕ ਭਲਾਈ ਕਰਕੇ ਕਰ ਰਹੇ ਨੇ। ਪਰ ਚਲੋ ਫਿਰ ਮਨ ਸਮਝਾਉਣਾ ਪੈਂਦਾ। ਉਹ ਕਹਿੰਦੇ ਨੇ ਵੀ ਕੋਈ ਨਹੀਂ, ਇਹ ਚੀਜ਼ਾਂ 'ਤੇ ਨਹੀਂ ਕੌਨਸਨਟਰੇਟ ਕਰਨਾ, ਆਪਾਂ ਪੋਜ਼ੀਟਿਵਿਟੀ 'ਤੇ ਦੇਖੀਏ। ਅਤੇ ਕਈ ਵਾਰ ਇੱਦਾਂ ਹੁੰਦਾ ਵੀ ਉਹ ਸੁਣਦੇ ਜ਼ਰੂਰ ਨੇ ਕ੍ਰਿਟਿਕ ਨੂੰ, ਪਰ ਕਈ ਵਾਰ ਇੱਦਾਂ ਹੁੰਦਾ ਵੀ ਕਈ ਵਾਰ ਉਹ 'ਚੋਂ ਵੀ ਕੁਛ ਸਿੱਖਣ ਨੂੰ, ਕੱਢਣ ਪਾਉਣ ਨੂੰ ਚੰਗੀਆਂ ਕਈ ਵਾਰ ਚੰਗੀ ਉਹਨੂੰ ਅਪਣਾ ਲੈਂਦੇ ਨੇ। ਪਰ ਮੋਸਟ ਆਫ ਦਾ ਟਾਈਮ ਇਹ ਪੋਜ਼ੀਟਿਵ ਵਾਈਬ ਹੀ ਆਪਣੇ ਆਲੇ ਦੁਆਲੇ ਰੱਖ ਕੇ ਖੁਸ਼ ਨੇ ਜੀ। ਹਾਂਜੀ। ਤੇ ਦੇਖਿਆ ਜਾਵੇ ਤੇ ਰਾਜੇਵਾਲ ਜੀ ਸਮੇਂ ਦੇ ਬਹੁਤ ਜ਼ਿਆਦਾ ਪਾਬੰਦ ਨੇ, ਤੇ ਜਿਸ ਵਕਤ ਵੀ ਗੱਲ ਆਉਂਦੀ ਆ ਸਮੇਂ ਦੀ, ਭਾਵੇਂ ਉਹ ਕੋਈ ਥੋੜ੍ਹਾ ਜਿਹਾ ਵੀ ਲੇਟ ਹੋ ਜਾਵੇ, ਉਹ ਤਾਂ ਇੰਟਰਵਿਊ ਦੇਣੋਂ ਇਨਕਾਰ ਕਰ ਦਿੰਦੇ ਆ। ਤੁਹਾਡੇ ਨਾਲ ਕੋਈ ਐਸੀ ਘਟਨਾ ਵਾਪਰੀ ਕਿ ਉਹਨਾਂ ਨੇ ਤੁਹਾਨੂੰ ਵੀ ਡਾਂਟ ਦਿੱਤਾ ਹੋਵੇ ਕਿ ਤੁਸੀਂ ਟਾਈਮ ਸਿਰ ਕੰਮ ਨਹੀਂ ਕੀਤਾ? ਦੇਖੋ ਜੀ, ਮੇਨਲੀ ਸਾਡਾ ਤਾਂ ਉਹਨਾਂ ਨਾਲ ਇਹ ਹੁੰਦਾ ਵੀ ਘਰੇ ਹੁੰਦੇ ਨੇ ਤਾਂ ਉਹਨਾਂ ਨੂੰ ਟਾਈਮ, ਪ੍ਰੋਪਰ ਟਾਈਮ 'ਤੇ ਉਹਨਾਂ ਨੂੰ ਦਿੱਤਾ ਜਾਵੇ, ਉਹਨਾਂ ਦਾ ਖਾਣਾ ਹੁੰਦਾ ਹੈ ਨਾ। ਪਰ ਸਾਡੇ ਨਾਲ ਵੀ ਇੱਦਾਂ ਹੀ ਨੇ ਉਹ, ਜੇ ਉਹਨਾਂ ਨੇ ਕਿਸੇ ਪ੍ਰੋਗਰਾਮ 'ਤੇ ਜਾਣਾ ਤਾਂ ਉਹ ਗੁੱਸੇ ਹੋ ਜਾਂਦੇ ਟਾਈਮ 'ਤੇ ਨਾ ਦੇਈਏ ਉਹਨਾਂ ਨੂੰ। ਉਹ
ਉਹ ਛੱਡ ਕੇ ਚਲੇ ਜਾਂਦੇ ਨੇ ਤੇ ਅਸੀਂ ਵੀ ਕਈ ਵਾਰੀ ਹੋ ਜਾਂਦੇ ਵੀ ਚਲੋ ਵੀ ਇੰਨਾ ਵੀ ਕੀ ਜ਼ਰੂਰੀ ਹੈ ਵੀ ਬੰਦਾ ਆਪਣਾ ਟਾਈਮ ਨਾਲ ਖਾਣਾ ਤਾਂ ਖਾ ਲਵੇ, ਨਹੀਂ ਪਰ ਨਹੀਂ ਜੇ ਲੇਟ ਹੁੰਦੇ ਨੇ ਤਾਂ ਉਹਨਾਂ ਨੇ ਜਾਣਾ ਹੀ ਜਾਣਾ, ਛੱਡ ਜਾਂਦੇ ਨੇ ਉਹ। ਤੇ ਜਿਸ ਤਰੀਕੇ ਨਾਲ ਰਾਜੇਵਾਲ ਜੀ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈਗਾ, ਉਹ ਲਿਖਦੇ ਵੀ ਨੇ, ਤੇ ਘਰ ਦੇ ਵਿੱਚ ਕਿਹੋ ਜਿਹੇ ਮਾਹੌਲ ਦੇ ਵਿੱਚ ਉਹ ਲਿਖਣਾ ਪਸੰਦ ਕਰਦੇ ਨੇ? ਉਹ ਕਹਿੰਦੇ ਕੋਈ ਬੁਲਾਓ ਨਾ, ਕੋਈ ਕੋਲ ਨਾ ਬੈਠੋ, ਬਹੁਤ ਸ਼ਾਂਤੀ 'ਚ ਬੈਠ ਕੇ ਆਪਣਾ ਲਿਖਦੇ ਨੇ ਉਹ। ਅੱਛਾ। ਤੇ ਦੇਖਿਆ ਜਾਵੇ ਤਾਂ ਅਸੀਂ ਹਮੇਸ਼ਾ ਤੋਂ ਸੁਣਦੇ ਆ ਰਹੇ ਹਾਂ ਕਿ ਰਾਜੇਵਾਲ ਜੀ ਸੋਸ਼ਲ ਵਰਕ ਬਹੁਤ ਜ਼ਿਆਦਾ ਕਰਦੇ ਨੇ, ਸੋਸ਼ਲੀ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਨੇ। ਪਿੱਛੇ ਇੱਕ ਘਟਨਾ ਸੁਣੀ ਸੀਗੀ ਜਿਸ ਵਕਤ 4 ਕੁੜੀਆਂ ਦਾ ਉਹਨਾਂ ਨੇ ਵਿਆਹ ਕਰਵਾਇਆ ਸੀਗਾ, ਉਸ ਬਾਰੇ ਥੋੜੀ ਜੀ ਜਾਣਕਾਰੀ ਦਿਓ। ਇਹ 4 ਨਹੀਂ 103 ਕੇ 4 ਬੱਚਿਆਂ ਦਾ ਇਕੱਠਾ ਵਿਆਹ ਕਰਵਾਇਆ ਸੀ। ਅਸੀਂ ਦੇਖਦੇ ਹਾਂ ਕਿ ਰਾਜੇਵਾਲ ਜੀ ਸੋਸ਼ਲੀ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਨੇ, ਤੇ ਉਹਨਾਂ ਨੇ ਪਿੱਛੇ ਜੇ 104 ਕੁੜੀਆਂ ਦਾ ਵਿਆਹ ਕਰਵਾਇਆ ਸੀਗਾ, ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ। ਉਹਨਾਂ ਨੇ ਸਾਰੀ ਆਪਣੀ ਜਿਹੜੀ ਲਾਈਫ ਹੈ ਨਾ ਸੋਸ਼ਲ ਐਕਟੀਵਿਟੀਜ਼ ਤੇ ਹੀ ਲਾਈ ਹੈ। ਇਹ ਇਕੱਲਾ ਕਿਸਾਨੀ ਮੁੱਦਿਆਂ ਤੇ ਹੀ ਨਹੀਂ, ਹੋਰ ਵੀ ਵਰਗਾਂ ਦੇ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਹੈ। ਮੈਂ ਤੁਹਾਨੂੰ ਪਹਿਲਾਂ ਦੱਸਿਆ ਐਜੂਕੇਸ਼ਨ 'ਚ ਬਹੁਤ ਕੁਝ ਕਰਦੇ ਨੇ ਉਹ, ਤੇ ਈਵਨ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਨੇ ਵੀ ਜੇ ਕਿਸੇ ਦਾ ਬੱਚਾ ਕਿਸੇ ਗਵਰਨਮੈਂਟ ਸਕੂਲ 'ਚ ਪੜ੍ਹਦਾ ਜਾਂ ਕਿਤੇ ਹੋਰ ਪੜ੍ਹਦਾ, ਉਹਨੂੰ ਐਡਮਿਸ਼ਨ ਨਹੀਂ ਮਿਲਦੀ, ਉਹਨੂੰ ਜਾ ਕੇ ਐਡਮਿਸ਼ਨ ਦਿਵਾਉਂਦੇ ਨੇ। ਕਿਸੇ ਨੂੰ ਕਹਿੰਦੇ ਨੇ ਵੀ ਯਾਰ ਤੂੰ ਵੈਲ ਆਫ ਹੈ, ਇਹਦੀ ਫੀਸ ਅਦਾ ਕਰ ਦੇ। ਅਤੇ ਇਸੇ ਤਰ੍ਹਾਂ ਇਹ ਮੇਰੇ ਖਿਆਲ 2003-4 ਦੀ ਗੱਲ ਹੋਣੀ ਹੈ। ਇੱਥੇ ਦਾਣਾ ਮੰਡੀ ਦੇ ਵਿੱਚ, ਜਿਵੇਂ ਕੈਪਟਨ ਸਾਹਿਬ ਦੀ ਸਰਕਾਰ ਸੀਗੀ ਉਦੋਂ, ਦਾਣਾ ਮੰਡੀ ਦੇ ਵਿੱਚ 103 ਕੇ 104 ਬੱਚਿਆਂ ਦੇ ਵਿਆਹ ਦਾ ਉਪਰਾਲਾ ਕੀਤਾ। ਸਾਰੇ ਸ਼ਹਿਰ ਨੂੰ ਨਾਲ ਲਿਆ, ਸ਼ਹਿਰ ਦੀਆਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਸੀਗੀਆਂ, ਜਿੰਨੀਆਂ ਵੀ ਟ੍ਰੇਡ ਯੂਨੀਅਨ ਸੀਗੀਆਂ, ਜਿੰਨੇ ਵੀ ਪੋਲੀਟੀਕਲ ਲੋਕ ਸੀ, ਸਭ ਦਾ ਸਾਥ ਲਿਆ। ਸਭ ਤੋਂ ਸਾਥ ਲੈ ਕੇ ਇਹਨਾਂ ਨੇ ਸੋਚਿਆ ਤਾਂ ਥੋੜ੍ਹਾ ਸੀ, ਪਰ ਲੋਕਾਂ ਦਾ ਉਤਸ਼ਾਹ ਅਤੇ ਉਹਨਾਂ ਦਾ ਸਾਥ ਇੰਨਾ ਸੀ, ਲੋਕਾਂ ਨੇ ਪੈਸੇ ਦੀ ਪਰਵਾਹ ਨਹੀਂ ਕੀਤੀ। ਇਹਨਾਂ ਨੇ ਬੈਠ ਕੇ ਬਜਟ ਬਣਾਇਆ, ਬੱਚਿਆਂ ਨੂੰ ਜੋ ਬਣਦਾ ਉਹਨਾਂ ਦਾ ਦਾਜ ਸੀਗਾ, ਜਿਹੜਾ ਉਹਨਾਂ ਦੇ ਡੇਲੀ ਰੂਟੀਨ 'ਚ ਉਹਨਾਂ ਨੂੰ ਮਤਲਬ ਲੋੜ ਸੀ ਵਰਤੋਂ 'ਚ ਆਉਣ ਵਾਲੀ, ਭਾਵੇਂ ਉਹ ਰਸੋਈ ਦੀ ਸੀ, ਭਾਵੇਂ ਕੋਈ ਵੀ ਕੱਪੜੇ ਬਿਸਤਰੇ ਵੀ ਦਿੱਤੇ। ਉਦੋਂ ਇਹਨਾਂ ਨੇ ਸਾਰਿਆਂ ਦੀ ਰਾਏ ਦੇ ਨਾਲ 103 ਜਾਂ 104 ਬੱਚਿਆਂ ਦੇ ਵਿਆਹ ਕੀਤੇ। ਜਦੋਂ ਵਿਆਹ ਕੀਤੇ, ਉਹਦਾ ਇਹਨਾਂ ਨੇ ਇੱਕ ਕ੍ਰਾਈਟੇਰੀਆ ਬਣਾਇਆ ਵੀ ਵਿਆਹ ਕਿਹਦਾ ਕਰਨਾ। ਉਹ ਪਰਿਵਾਰਾਂ ਤੋਂ ਬੱਚੀਆਂ ਲਈਆਂ ਗਈਆਂ ਜਿਨ੍ਹਾਂ ਦੇ ਕੋਲ ਬਿਲਕੁਲ ਸਮਰੱਥਾ ਨਹੀਂ ਸੀ ਵਿਆਹ ਦੀ। ਉਹ ਬੱਚੀਆਂ ਚੂਜ਼ ਕੀਤੀਆਂ ਗਈਆਂ, ਐਪਲੀਕੇਸ਼ਨਸ ਲਈਆਂ ਗਈਆਂ, ਟੀਮਾਂ ਬਣਾਈਆਂ ਗਈਆਂ, ਟੀਮਾਂ ਪਿੰਡਾਂ 'ਚ ਗਈਆਂ ਵੀ ਦੇਖਣ ਲਈ ਵੀ ਕਿਤੇ ਸਾਡੇ ਪੈਸੇ ਦਾ ਕੋਈ ਦੁਰਵਰਤੋਂ ਨਾ ਕਰ ਜੇ। ਬੱਚੀਆਂ ਸਿਲੈਕਟ ਕੀਤੀਆਂ ਗਈਆਂ, ਬੱਚਿਆਂ ਦੇ ਮੁੰਡਿਆਂ ਦੇ ਵੀ ਐਪਲੀਕੇਸ਼ਨਸ ਲਈਆਂ। ਉਹਨਾਂ ਦੇ ਮਾਪਿਆਂ ਨੂੰ ਪਹਿਲਾਂ ਕਿਹਾ ਗਿਆ ਬੱਚੀਆਂ ਦੇ ਨੂੰ ਵੀ ਤੁਸੀਂ ਵਰ ਲੱਭ ਲਓ। ਉਹ ਸਾਰਾ ਕੁਝ ਹੋਇਆ, ਇੰਨਾ ਸੌਖਾ ਨਹੀਂ ਸੀ, ਇਹਨੂੰ ਟਾਈਮ ਲੱਗਿਆ। ਹਰੇਕ ਨੇ ਮਨੋਂ ਤਨੋਂ ਪੂਰਾ ਟਾਈਮ ਦਿੱਤਾ। ਜਿਹੜੇ ਕਿਤੇ ਮੰਜੇ ਵੀ 2-2 ਦਿੱਤੇ ਨੇ, ਉਹ ਟੀਮ ਮੰਜਿਆਂ 'ਤੇ ਹੀ ਬੈਠੀ ਰਹੀ, ਪੂਰਾ ਨਿਚੋੜ ਕੇ। ਉਹ ਦੁਕਾਨਦਾਰ ਨੂੰ ਮਿੰਨਤਾਂ ਕਰਕੇ ਕਿ ਇੱਥੇ ਤੂੰ ਥੋੜ੍ਹਾ ਜਿਹਾ ਗਰੇਜ ਕਰ, ਪੈਸੇ ਜਾਇਜ਼ ਲੈ ਲਾ। ਬੱਚਿਆਂ ਨੂੰ ਮੇਰੇ ਖਿਆਲ 'ਚ 5-5 ਗਹਿਣੇ ਵੀ ਦਿੱਤੇ ਗਏ। ਅਤੇ ਜਿਹੜੇ ਜੋ ਵੀ ਧਰਮ ਨਾਲ ਸੰਬੰਧਿਤ ਸੀ, ਉਸ ਧਰਮ ਦੇ ਰੀਤੀ ਰਿਵਾਜ਼ਾਂ ਨਾਲ ਉਹ ਬੱਚੀਆਂ ਆਪਣੇ ਘਰੇ ਤੋਰੀਆਂ। ਦੂਜੇ ਕਿ ਤੀਜੇ ਸਾਲ ਫੇਰ ਕੀਤਾ। ਮਤਲਬ ਇਸ ਤਰ੍ਹਾਂ ਇਹ 150 ਬੱਚਿਆਂ ਦਾ ਵਿਆਹ ਕੀਤਾ, ਜਿਹਦੇ ਵਿੱਚੋਂ ਮੈਨੂੰ ਯਾਦ ਆ ਵੀ ਸਿਰਫ ਅਤੇ ਸਿਰਫ 2 ਵਿਆਹ ਉਹਦੇ 'ਚੋਂ ਸਫਲ ਨਹੀਂ ਹੋਏ। ਬਾਕੀ ਸਾਰੇ ਬੜੇ ਖੁਸ਼ੀ ਨਾਲ ਆਪੋ ਆਪਣੇ ਘਰ ਵਾਸਤੀਆਂ ਨੇ। ਇੱਕ ਹੋਰ ਚੀਜ਼, ਇੱਕ ਵਾਰੀ ਪੂਰੇ ਪਰਿਵਾਰ ਨੂੰ ਜੇਲ੍ਹ 'ਚ ਜਾਣਾ ਪਿਆ ਸੀਗਾ, ਅਤੇ ਜਿਹੜੇ ਇੱਕ ਸਿਰਫ ਤੁਹਾਡੇ ਦਾਦਾ ਜੀ ਸੀਗੇ ਉਹ ਪੈਰਾਲਾਈਜ਼ਡ ਸੀਗੇ, ਅਤੇ ਉਹਨਾਂ ਨੂੰ ਇਕੱਲਿਆਂ ਨੂੰ ਘਰ ਰਹਿਣਾ ਪਿਆ ਸੀਗਾ। ਉਹ ਕੀ ਕਿੱਸਾ ਸੀਗਾ? ਉਦੋਂ ਮੇਰੀ ਏਜ ਬਹੁਤ ਛੋਟੀ ਸੀ ਜੀ। ਮੈਂ ਵੀ ਹੋਸਟਲ 'ਚ ਹੀ ਪੜ੍ਹਿਆ, ਅਤੇ ਬਿਜਲੀ ਦਾ ਮੋਰਚਾ ਲੱਗਿਆ ਹੋਇਆ ਸੀ। ਬਿਜਲੀ ਦਾ ਮੋਰਚਾ ਲੱਗਿਆ ਸੀ ਕਿਉਂਕਿ ਸਾਰਾ ਪਿੰਡ ਪਹਿਲੇ ਦਿਨ ਤੋਂ ਹੀ ਬਾਪੂ ਜੀ ਦੀ ਸੋਚ 'ਤੇ ਡਟ ਕੇ ਪਹਿਰਾ ਦਿੰਦਾ। ਅਤੇ ਬਿਜਲੀ ਵਾਲੇ, ਕਿਉਂਕਿ ਪੈਸੇ ਨਹੀਂ ਸੀ ਮੋਟਰਾਂ ਦੇ ਭਰਾਉਂਦੇ ਹੁੰਦੇ, ਬਿੱਲ ਨਹੀਂ ਸੀ ਉਤਾਰਦੇ, ਬਿਜਲੀ ਵਾਲੇ ਮੋਟਰਾਂ ਦੀਆਂ ਤਾਰਾਂ ਲਾਉਣ ਲੱਗ ਗਏ। ਸਾਡੇ ਪਿੰਡ ਦੇ ਉਦੋਂ ਨੌਜਵਾਨ ਜਿਹੜੇ ਅੱਜ ਬਜ਼ੁਰਗ ਹੋ ਗਏ ਨੇ, ਉਹਨਾਂ ਨੇ ਟੀਮਾਂ ਬਣਾਈਆਂ। ਇੰਨੇ ਐਕਸਪਰਟ ਹੋ ਗਏ ਸੀ, ਕੋਈ ਟਰਾਂਸਫਾਰਮਰ ਹੈ ਬਿਜਲੀ ਵਾਲੇ ਜਾਣ ਕੇ ਖਰਾਬ ਕਰਕੇ ਉਹਦੀ ਵੀ ਰਿਪੇਅਰ ਕਰ ਲੈਂਦੇ ਸੀ, ਤਾਰਾਂ ਵੀ ਪਾ ਲੈਂਦੇ ਸੀ। ਉਹ ਟੀਮਾਂ ਜਾ ਕੇ ਕਈ
ਪਿੰਡਾਂ 'ਚ ਆਲੇ ਦੁਆਲੇ ਪੰਜਾਬ ਦੇ ਅਨੇਕਾਂ ਪਿੰਡਾਂ 'ਚ ਜਾ ਕੇ ਉਹਨਾਂ ਦੀਆਂ ਤਾਰਾਂ ਤੂਰਾਂ ਠੀਕ ਕਰਦੇ ਸੀ। ਉਦੋਂ ਦੀ ਸਰਕਾਰ ਨੇ ਖੰਨੇ ਤੋਂ ਪੁਲਿਸ ਭੇਜੀ ਸਾਡੇ ਪਿੰਡ, ਹੈਵੀ ਪੁਲਿਸ ਫੋਰਸ ਭੇਜੀ ਅਰੈਸਟ ਕਰਨ ਲਈ ਪਿੰਡੋਂ ਬੰਦਿਆਂ ਨੂੰ। ਅਤੇ ਉਹ ਦੁਪਹਿਰ ਜੇ ਦਾ ਸਮਾਂ ਸੀ, ਲੋਕ ਉਦੋਂ ਆਪਣੇ ਖੇਤਾਂ 'ਚ ਹੁੰਦੇ ਨੇ ਜਾਂ ਇੱਧਰ ਉੱਧਰ ਕੋਈ ਕੰਮ 'ਚ ਚਲੇ ਗਿਆ ਹੁੰਦਾ। ਉਦੋਂ ਸਾਡੇ ਪਿੰਡ 'ਚ ਦੇ ਵਿੱਚੋਂ ਲੇਡੀਜ਼ ਨੇ, ਮੇਰੇ ਤਾਈ ਜੀ ਵੀ ਉਹਨਾਂ ਦੇ ਵਿੱਚੋਂ ਸੀਗੇ, ਲੇਡੀਜ਼ ਨੇ ਇਕੱਠੇ ਹੋ ਕੇ ਪੁਲਿਸ ਨੂੰ ਘੇਰਾ ਪਾਇਆ। ਫਿਰ ਇੰਨੀ ਦੇਰ 'ਚ ਬੰਦੇ ਵੀ ਇਕੱਠੇ ਹੋ ਗਏ, ਪੁਲਿਸ ਦਾ ਨਾਕਾਬੰਦੀ ਕੀਤੀ ਗਈ। ਪੁਲਿਸ ਤੋਂ ਕਿਸਾਨੀ ਨਾਅਰੇ ਲਵਾ ਕੇ ਉੱਥੇ ਬਿਠਾ ਕੇ ਧੁੱਪ 'ਚ ਫਿਰ ਪੁਲਿਸ ਉੱਥੋਂ ਮਾਫੀ ਮੰਗ ਕੇ ਗਈ। ਅੱਜ ਤੱਕ ਉਹਦਾ ਨਤੀਜਾ ਵੀ ਸਾਡੇ ਪਿੰਡ 'ਚ ਕਦੇ ਪੁਲਿਸ ਸਾਡੇ ਪਿੰਡ ਦੇ ਬੰਦਿਆਂ ਨੂੰ ਬਿਨਾਂ ਪੁੱਛੇ ਐਂਟਰ ਨਹੀਂ ਹੋਈ। ਅਤੇ ਉਦੋਂ ਆਫਟਰ ਦੈਟ ਫਾਦਰ ਸਾਹਿਬ ਨੂੰ ਵੀ ਜੇਲ੍ਹ ਹੋਈ ਅਤੇ ਹੋਰ ਵੀ ਹੋਈ। ਪੰਜਾਬ ਦੇ ਵਿੱਚ ਬਹੁਤ ਗ੍ਰਿਫਤਾਰੀਆਂ ਚੱਲਦੀਆਂ ਸੀ, ਇਹਨਾਂ ਨੂੰ ਵੀ ਹੋਈ। ਸਾਡੇ ਤਾਈ ਜੀ ਵੀ ਗਏ, ਸਾਡੇ 2 ਤਾਇਆ ਜੀ ਵੀ ਅੰਦਰ ਸੀ। ਅਸੀਂ ਛੋਟੇ ਸੀ, ਹੋਸਟਲ ਸੀ, ਅਤੇ ਫਿਰ ਵਾਢੀ ਦਾ ਕੰਮ ਆਇਆ ਸਿਰ 'ਤੇ ਸੀ ਉਦੋਂ। ਅਤੇ ਅਸੀਂ ਅੱਜ ਵੀ ਰਿਣੀ ਆ ਉਹ ਲੋਕਾਂ ਦੇ ਜਿਨ੍ਹਾਂ ਨੇ ਪੰਜਾਬ ਦੇ ਕੋਨਿਆਂ 'ਚੋਂ ਆ ਕੇ ਆਪਣੇ ਟਰੈਕਟਰ ਲਿਆਂਦੇ, ਆਪਣੇ ਥ੍ਰੈਸ਼ਰ ਵੀ ਲਿਆਂਦੇ, ਨਾਲ ਲੇਬਰਾਂ ਵੀ ਲਿਆਂਦੀਆਂ। ਪਿੰਡ ਨੇ ਬਹੁਤ ਸਾਥ ਦਿੱਤਾ, ਉਹਨਾਂ ਸਾਰਿਆਂ ਦਾ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਅਤੇ ਦਿਨਾਂ ਦੇ ਵਿੱਚ ਹੀ ਵਾਢੀ ਦਾ ਕੰਮ ਮੁਕੰਮਲ ਕਰਕੇ ਅਤੇ ਸਾਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ। ਤੇ ਮੇਰਾ ਅੰਤਿਮ ਸਵਾਲ ਤੁਹਾਨੂੰ ਕਿ ਇਸ ਕਿਸਾਨੀ ਅੰਦੋਲਨ ਨੂੰ ਇਸ ਵਕਤ ਜਿਸ ਥਾਂ ਤੇ ਖੜਾ ਆ, ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕਿਸਾਨੀ ਅੰਦੋਲਨ ਅੱਜ ਬਹੁਤ ਹੀ ਮਜ਼ਬੂਤ ਨੀਹਾਂ ਤੇ ਖੜਾ ਹੈ ਜੀ। ਇਹਦੇ ਪਿੱਛੇ ਇੱਕ ਨੇਕ ਸੋਚ ਹੈ ਅਤੇ ਅੱਜ ਇਹ ਸੱਚ ਦੀ ਲੜਾਈ ਤੇ ਖੜਾ ਹੈ। ਅੱਜ ਸੱਚ ਜਿੱਤ ਰਿਹਾ ਹੈ। ਤੁਸੀਂ ਉੱਥੇ ਜਾਂਦੇ ਹੋ, ਤੁਸੀਂ ਕਵਰੇਜ ਕਰ ਰਹੇ ਹੋ। ਹਰੇਕ ਇਸ ਅੰਦੋਲਨ ਨੇ, ਮੈਂ ਤਾਂ ਕਹੂੰਗਾ ਬਈ ਇੱਕ ਕਿਸਮ ਦੀ ਮੋਰ ਦੈਨ 95% ਅਚੀਵਮੈਂਟਸ ਇਹਨੇ ਕਰ ਲਈਆਂ ਨੇ। ਸਾਨੂੰ ਜਿਹੜਾ ਅੱਜ ਤੱਕ ਪੋਲੀਟੀਸ਼ੀਅਨਸ ਨੇ ਸਾਡੇ ਦੇਸ਼ 'ਚ, ਚਾਹੀਦਾ ਤਾਂ ਇਹ ਸੀ ਵੀ ਇਹ ਸਾਡੀਆਂ ਕਦਰਾਂ ਕੀਮਤਾਂ ਕਾਇਮ ਰੱਖਦੇ, ਸਾਡੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਂਦੇ, ਸਾਡੇ ਬੱਚਿਆਂ ਨੂੰ ਰੁਜ਼ਗਾਰ ਪੈਦਾ ਕਰਕੇ ਦਿੰਦੇ। ਦੇਸ਼ ਸੋਨੇ ਦੀ ਚਿੜੀਆ ਸੀ, ਸੋਨੇ ਦੀ ਚਿੜੀਆ ਬਣ ਸਕਦੀ ਸੀ ਅਤੇ ਹੁਣ ਵੀ ਬਣ ਸਕਦੀ ਹੈ ਜੇ ਚੰਗੇ ਸੋਚਦੇ ਬੰਦੇ ਅੱਗੇ ਆਉਣ। ਇਸ ਅੰਦੋਲਨ ਨੇ, ਜਿਹੜਾ ਪੋਲੀਟੀਸ਼ੀਅਨ ਨੇ ਧਰਮ ਦੇ ਨਾਂ 'ਤੇ ਵੋਟਾਂ ਦੀ ਵੰਡ ਕੀਤੀ, ਜਾਤ ਪਾਤ 'ਤੇ ਵੰਡੇ ਆ ਸਾਨੂੰ ਟਾਈਮ ਟੂ ਟਾਈਮ। ਸਾਨੂੰ ਈਵਨ ਸਾਡੇ ਤਾਂ ਇਹੋ ਜਿਹੇ ਹਾਲਾਤ ਨੇ ਵੀ ਭਾਈ ਨੂੰ ਭਾਈ ਤੋਂ ਵੀ ਵੰਡ ਲਿਆ। ਇੱਕ ਵਕਤ ਦੀ ਮੇਰੇ ਗੱਲ ਯਾਦ ਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਸ ਸ਼ਖਸ ਦਾ, ਬਾਪੂ ਜੀ ਦੱਸਦੇ ਹੁੰਦੇ ਆ, ਕਹਿੰਦੇ ਇੱਕ ਬਹੁਤ ਵੱਡਾ ਲੀਡਰ ਕਿਸੇ ਪਾਰਟੀ ਦਾ, ਉਹ ਕਹਿੰਦਾ ਜੀ ਵੀ ਸਾਨੂੰ ਤਾਂ 51 ਵੋਟਾਂ ਦੀ ਲੋੜ ਹੈ, ਸਾਨੂੰ 52ਵੀਂ ਵੋਟ ਦੀ ਲੋੜ ਨਹੀਂ। ਮਤਲਬ ਕੀ ਵੀ ਸਾਨੂੰ ਰਾਜ ਭਾਗ ਦੀ ਲੋੜ ਹੈ। ਅਸੀਂ 51 ਬੰਦੇ ਨਾਲ ਜੋੜਨੇ ਨੇ ਪੱਕੇ, ਕਿਵੇਂ ਵੀ ਜੋੜੀਏ, ਭਾਵੇਂ ਡਿਵਾਈਡ ਕਰੀਏ, ਕੁਛ ਕਰੀਏ, ਸਾਨੂੰ 52ਵੇਂ ਦੀ ਲੋੜ ਨਹੀਂ। 51 ਨਾਲ ਸਾਡੀ ਸਰਕਾਰ ਬਣਦੀ ਹੈ। ਅਤੇ ਮਤਲਬ ਇਹਨਾਂ ਦਾ ਸੋਚ ਦਾ ਪੱਧਰ ਇੰਨਾ ਜ਼ਿਆਦਾ ਗਿਰ ਗਿਆ, ਬਹੁਤ ਜ਼ਿਆਦਾ। ਪਰ ਉੱਥੇ ਅੰਦੋਲਨ ਨੇ ਜਾਤ ਪਾਤ ਵੀ ਖਤਮ ਕਰਤੀ ਟਰਾਲੀਆਂ 'ਚ, ਧਰਮ ਵੀ ਖਤਮ ਕਰਤੇ। ਲੋਕਾਂ ਨੇ ਆਪਣੇ ਫੈਸਲੇ ਵੀ ਕੋਰਟਾਂ 'ਚ ਆਪਣੀਆਂ ਜਿਹੜੀਆਂ ਰਿਟਾਂ ਪਾਈਆਂ ਇੱਕ ਦੂਜੇ ਦੇ ਖਿਲਾਫ, ਉਹ ਵੀ ਲੈ ਲਈਆਂ। ਇਹਨੇ ਸਭ ਤੋਂ ਬੜੀ ਜਿਹੜੀ ਪਿਰਤ ਪਾਈ ਹੈ, ਉਹ ਪਾਈ ਹੈ ਇਕੱਲੇ ਦੇਸ਼ 'ਚ ਹੀ ਨਹੀਂ, ਸਮੁੱਚੀ ਦੁਨੀਆ ਨੂੰ ਇਹ ਦੱਸ ਦਿੱਤਾ ਕਿ ਜਿਹੜੇ ਲੋਕ ਸ਼ਕਤੀ ਹੈ ਉਹ ਹੀ ਸਭ ਤੋਂ ਉੱਪਰ ਹੈ। ਡੈਮੋਕ੍ਰੇਸੀ ਨੂੰ ਸਾਡੀ ਸਰਕਾਰ ਦਬਾਉਣਾ ਚਾਹੁੰਦੀ ਸੀ, ਪਰ ਇਸ ਅੰਦੋਲਨ ਨੇ ਦੱਸ ਦਿੱਤਾ ਵੀ ਡੈਮੋਕ੍ਰੇਸੀ ਤੋਂ ਬਿਨਾਂ ਦੇਸ਼ ਨਹੀਂ ਸਰਵਾਈਵ ਕਰ ਸਕਦਾ। ਸਰਕਾਰ ਲੋਕਾਂ ਦੀ ਹੁੰਦੀ ਹੈ, ਲੋਕਾਂ ਲਈ ਹੁੰਦੀ ਹੈ। ਜਦ ਕਿ ਇਹ ਜਿਹੜੀ ਸਰਕਾਰ ਆਈ ਹੈ, ਇਹ ਸਰਕਾਰ ਸਾਰਾ ਕੁਛ ਦੇਸ਼ ਦਾ ਵੇਚਣ ਜਾ ਰਹੀ ਹੈ। 100 PSU ਵੇਚਣ 'ਤੇ ਲਾਏ ਨੇ ਇਹਨਾਂ ਨੇ। 104 PSU ਸੁਣਦੇ ਆ ਕਿ ਇਹ ਕਹਿੰਦੇ ਅਸੀਂ 4 PSU ਚਲਾਉਣੇ, ਪਬਲਿਕ ਸੈਕਟਰ ਯੂਨਿਟ। ਜਾਂ ਸਾਡੀ ਸਰਕਾਰ ਸਰਕਾਰੀ ਅਦਾਰੇ ਹੀ ਨਹੀਂ ਚਲਾ ਸਕਦੀ, ਫਿਰ ਅਸੀਂ ਇਹੋ ਜਿਹੀ ਸਰਕਾਰ ਤੋਂ ਲੈਣਾ ਕੀ ਹੈ? ਇਹ ਆਪਣਾ ਘਰ ਨੂੰ ਜਾਣ, ਅਸੀਂ ਹੋਰ ਸਰਕਾਰ ਤੇ ਨੁਮਾਇੰਦੇ ਲਿਆਈਏ, ਕੋਈ ਵਧੀਆ ਨੁਮਾਇੰਦੇ ਚੁਣ ਕੇ ਲੈ ਕੇ ਆਈਏ ਜਿਹੜੇ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨ, ਨਾ ਕਿ ਦੇਸ਼ ਦੇ ਹਿੱਤ ਕਾਰਪੋਰੇਟ ਘਰਾਣਿਆਂ ਨੂੰ ਵੇਚ ਦੇਣ ਅਤੇ ਦੇਸ਼ ਦੇ ਸਾਰੇ ਲੋਕ ਆਪਣਾ ਠੂਠਾ ਚੱਕੀ ਫਿਰਨ।
ਇਹ ਸੀਗਾ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਦਾ ਪਰਿਵਾਰ, ਜਿਨ੍ਹਾਂ ਨੇ ਤੁਹਾਨੂੰ ਜਾਣੂ ਕਰਵਾਇਆ ਉਹਨਾਂ ਦੇ ਸੁਭਾਅ ਦੇ ਨਾਲ, ਤੇ ਨਾਲ ਇਹ ਵੀ ਦੱਸਿਆ ਕਿ ਰਾਜੇਵਾਲ ਜੀ ਐਜੂਕੇਸ਼ਨ ਨੂੰ ਕਿਸ ਤਰੀਕੇ ਨਾਲ ਸਪੋਰਟ ਕਰਦੇ ਨੇ। ਤੇ ਇੱਕ ਹੋਰ ਬਹੁਤ ਅੱਛੀ ਗੱਲ ਦੱਸੀ ਕਿ ਰਾਜੇਵਾਲ ਜੀ ਇਸ ਵਕਤ ਰਾਜੇਵਾਲ ਪਿੰਡ ਦੇ ਵਿੱਚ ਇੱਕ ਸਕੂਲ ਚਲਾ ਰਹੇ ਨੇ ਬੱਚਿਆਂ ਦਾ, ਜਿਹਦੇ ਵਿੱਚ ਓਨੈਸਟੀ ਸ਼ਾਪ ਹੈਗੀ ਹੈ। ਬੱਚਿਆਂ ਨੂੰ ਸੱਚਾਈ ਦੀ ਰਾਹ ਤੇ ਤੋਰਨਾ ਇਸ ਵਕਤ ਬਹੁਤ ਜ਼ਰੂਰਤ ਹੈ ਔਰ ਉਸ ਨੂੰ ਕੀਤਾ ਜਾ ਰਿਹਾ ਆ। ਕੋਸ਼ਿਸ਼ ਕਰਾਂਗੇ ਤੁਹਾਨੂੰ ਉੱਥੇ ਵੀ ਵਿਜ਼ਿਟ ਕਰਵਾਈਏ, ਉੱਥੇ ਵੀ ਜਾ ਕੇ ਤੁਹਾਨੂੰ ਦਿਖਾਈਏ ਕਿ ਉਸ ਸਕੂਲ ਦੇ ਵਿੱਚ ਕਿਸ ਤਰੀਕੇ ਨਾਲ ਵਰਕ ਕੀਤਾ ਜਾ ਰਿਹਾ ਆ। ਕੈਮਰਾਮੈਨ ਸੁਨੀਲ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ ਟੀਵੀ, ਸਮਰਾਲਾ।